ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਪੈਸਾ ਤੇ ਲਾ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਅੱਜ ਅਸੀਂ ਰਿਟਾਇਰਮੈਂਟ ਦੇ ਬਾਰੇ ਵਿੱਚ। ਅਸੀਂ ਸੋਚ ਰਹੇ ਹੋਣੇ ਆ, ਤੁਸੀਂ ਵੀ ਕਹਿ ਰਹੇ ਹੋਵੋਗੇ ਕਿ ਹਜੇ ਅਸੀਂ ਯੰਗ ਆ, ਹੁਣੀ ਤੋਂ ਅਸੀਂ ਰਿਟਾਇਰਮੈਂਟ ਦੇ ਬਾਰੇ ਵਿੱਚ ਕਿਉਂ ਸੋਚੀਏ। ਪਰ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਨਹੀਂ ਹੈਗੇ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਹੁਣ ਤੋਂ ਪਲੈਨਿੰਗ ਕਰਨੀ ਸ਼ੁਰੂ ਕਰਾਂਗੇ ਤਾਂ ਜਾ ਕੇ ਅੱਗੇ ਆਪਣੇ ਬੁਢਾਪੇ ਵਿੱਚ ਅਸੀਂ ਇੱਕ ਸੁਖੀ ਬੁਢਾਪਾ ਕੱਢ ਸਕਾਂਗੇ। ਸੋ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਪਲੈਨਿੰਗ ਨੂੰ ਲੈ ਕੇ, ਸੋ ਇੱਕ ਪਾਸੇ ਅਸੀਂ ਕਹਿੰਦੇ ਹਾਂ ਸਾਨੂੰ ਤਾਂ ਹਜੇ ਕਦੇ ਵੀ ਨਹੀਂ ਪਤਾ ਹੈਗਾ ਕੀ ਹੋ ਜਾਣਾ ਤੇ ਇੰਨੀ ਲੰਬੀ ਪਲੈਨਿੰਗ ਕਿਉਂ ਕਰੀਏ। ਪਰ ਐਜ਼ ਵੀ ਆਲ ਨੋ ਕਿ ਬਹੁਤ ਜ਼ਰੂਰੀ ਹੈ ਕਿ ਆਪਣੀ ਲਾਈਫ ਨੂੰ ਪਲੈਨਿੰਗ ਕਰਕੇ ਤੁਰਨਾ। ਸੋ ਅੱਗੇ ਇਸ ਉਮਰ ਵਿੱਚ ਜਾ ਕੇ ਕਿਸੇ ਦੇ ਅੱਗੇ ਸਾਨੂੰ ਹੱਥ ਨਾ ਫੈਲਾਉਣੇ ਪੈਣ, ਸਾਨੂੰ ਕਿਸੇ ਦਾ ਮੁਹਤਾਜ ਨਾ ਬਣਨਾ ਪਵੇ। ਜ਼ਰੂਰੀ ਹੈ ਕਿ ਅਸੀਂ ਆਪਣੀ ਰਿਟਾਇਰਮੈਂਟ ਨੂੰ ਵੀ ਪਲਾਨ ਕਰੀਏ। ਸੋ ਅੱਜ ਅਸੀਂ ਇਸ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਸੋ ਰਿਟਾਇਰਮੈਂਟ ਪਲਾਨਸ ਨੂੰ ਲੈ ਕੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ, ਸਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਹੈ ਜੀ ਸਾਡਾ। ਅੱਜ ਇਸ ਮੁੱਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਜੀ ਟਰੂਫੈਕਸ ਫਾਈਨੈਂਸ਼ੀਅਲ ਤੋਂ ਮਿਸਟਰ ਵਿਕਰਮ ਜੰਜੂਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਸੋ ਲਾਸਟ ਟਾਈਮ ਵੀ ਤੁਸੀਂ ਅਲੱਗ-ਅਲੱਗ ਮੁੱਦਿਆਂ ਉੱਤੇ ਗੱਲਬਾਤ ਕੀਤੀ ਸੀਗੀ ਤੇ ਅੱਜ ਅਸੀਂ ਰਿਟਾਇਰਮੈਂਟ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਜੀ। ਬਹੁਤ ਹੀ ਇਹ ਕਾਮਨ ਮੁੱਦੇ ਹੁੰਦੇ ਨੇ ਜਿਨ੍ਹਾਂ ਬਾਰੇ ਨਾ ਅਸੀਂ ਪਹਿਲਾਂ ਸੋਚਦੇ ਨਹੀਂ ਹੈਗੇ, ਤੇ ਜਦੋਂ ਸਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਫਿਰ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ, ਕਿਉਂਕਿ ਸਮਝਾਉਂਦੇ ਤੁਸੀਂ ਇੰਨੇ ਵਧੀਆ ਤਰੀਕੇ ਨਾਲੋਂ ਕਿ ਇਹ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਉੱਤੇ ਫੋਕਸ ਕਰਨਾ ਬਹੁਤ ਜ਼ਰੂਰੀ ਆ ਸਾਡੀ ਲਾਈਫ ਦੇ ਵਿੱਚ। ਸੋ ਜਦੋਂ ਰਿਟਾਇਰਮੈਂਟ ਦੀ ਗੱਲ ਕਹਿੰਦੇ ਆ ਤਾਂ ਹਰ ਕੋਈ ਇਹੀ ਸੋਚਦਾ ਵੀ ਹੁਣੇ ਤੋਂ ਰਿਟਾਇਰਮੈਂਟ ਪਲਾਨ ਕਰਨ ਦੀ ਕੀ ਲੋੜ ਹੈ। ਵੈਸੇ ਤਾਂ ਰਿਟਾਇਰਮੈਂਟ ਪਲੈਨਿੰਗ ਦਾ ਬਹੁਤ ਵੱਡਾ ਇੱਕ ਕਨਸੈਪਟ ਹੈਗਾ, ਤੇ ਮੈਂ ਛੋਟੀ ਜੀ ਗੱਲ ਪੁੱਛਾਂ ਕਿ ਕੀ ਅਸੀਂ ਇੱਕ ਵੀਕਐਂਡ ਦੀ ਪਲੈਨਿੰਗ ਨਹੀਂ ਕਰਦੇ? ਬਿਲਕੁਲ। ਅਸੀਂ ਜਦੋਂ ਇੱਕ ਸੇਲ ਲੱਗਣੀ ਹੁੰਦੀ ਆ, ਫਰਾਈਡੇ ਸੇਲ ਲੱਗਣੀ ਆ, ਬਾਕਸਿੰਗ ਡੇ ਸੇਲ ਲੱਗਣੀ, ਸਾਡੀ ਪਲੈਨਿੰਗ ਸ਼ੁਰੂ ਤੋਂ ਹੋ ਜਾਂਦੀ ਹੈ ਕਿ ਅਸੀਂ ਕੀ ਲੈਣਾ ਹੈ ਇਸ ਵਾਰ, ਹੈ ਨਾ, ਜਾਂ ਅਸੀਂ ਘਰ ਲੈਣਾ, ਉਹਦੀ ਵੀ ਪਲੈਨਿੰਗ ਅਸੀਂ ਕਰਦੇ ਹਾਂ, ਜਾਂ ਕੋਈ ਛੋਟੀ ਛੋਟੀ ਤਾਂ ਚੀਜ਼ ਹੈਗੀ ਹੈ, ਵੈਡਿੰਗ ਕਰਨ ਕਿਤੇ ਜਾਣਾ ਹੈਗਾ ਤਾਂ ਤਦ ਵੀ ਸਾਨੂੰ ਇਹ ਪਲੈਨਿੰਗ ਹੁੰਦੀ ਹੈ ਵੀ ਅਸੀਂ ਕਿਹੜੀ ਡਰੈਸ ਪਾਉਣੀ ਹੈ, ਕਿਹੜੀ ਨਹੀਂ। ਲੇਕਿਨ ਇਹ ਛੋਟੇ ਕਨਸੈਪਟਸ ਨੇ ਜਿਨ੍ਹਾਂ ਨੂੰ ਅਸੀਂ ਪਲੈਨਿੰਗ ਦੇ ਉੱਤੇ ਟਾਈਮ ਲਗਾਉਂਦੇ ਹਾਂ, ਲੇਕਿਨ ਜਦੋਂ ਰਿਟਾਇਰਮੈਂਟ ਪਲੈਨਿੰਗ ਦੀ ਗੱਲ ਆਉਂਦੀ ਕਿਉਂਕਿ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ। ਲੇਕਿਨ ਇੱਕ ਸੱਚਾਈ ਇਹ ਚੀਜ਼ ਹੈਗੀ ਕਿ ਵੈਨ ਯੂ ਸਟਾਰਟ ਵਰਕਿੰਗ, ਤੁਸੀਂ ਰਿਟਾਇਰ ਹੋਣਾ ਹੀ ਹੋਣਾ ਕਿਸੇ ਨਾ ਕਿਸੇ। ਜਿੱਦਣ ਤੁਸੀਂ ਰਿਟਾਇਰ ਹੋਵੋਗੇ ਤੇ ਕੀ ਤੁਸੀਂ ਉਸ ਸਮੇਂ ਨੂੰ ਜਿਹੜਾ ਤੁਸੀਂ ਰਿਟਾਇਰਮੈਂਟ ਤੋਂ ਪਹਿਲਾਂ ਬਿਨਾਂ ਪਲੈਨਿੰਗ ਦੇ ਬਤਾ ਦਿੱਤਾ, ਕੀ ਤੁਸੀਂ ਉਹਨੂੰ ਵਾਪਸ ਲੈ ਕੇ ਆ ਸਕਦੇ ਹੋ? ਕੀ ਤੁਸੀਂ ਉਸ ਪ੍ਰੋਕ੍ਰਾਸਟੀਨੇਸ਼ਨ ਜਿਹੜੀ ਤੁਸੀਂ ਚੀਜ਼ ਨੂੰ ਡਿਲੇ ਕਰਨ ਦਾ ਸੋਚਿਆ ਸੀ ਕਿ ਕੋਈ ਗੱਲ ਨਹੀਂ ਅੱਜ ਨਹੀਂ ਆਉਣ ਵਾਲੇ ਸਮੇਂ 'ਚ ਪਲੈਨਿੰਗ ਕਰ ਲਾਂਗੇ, ਕੀ ਉਹ ਸਮਾਂ ਅਸੀਂ ਵਾਪਸ ਲੈ ਕੇ ਆ ਸਕਦੇ? ਹੁਣ ਹਰ ਛੋਟੀ ਚੀਜ਼ ਉੱਤੇ ਪਲੈਨਿੰਗ ਤਾਂ ਕਰਦੇ ਹਾਂ, ਪਰ ਲਾਈਫ ਦੀ ਵੱਡੀ ਚੀਜ਼ ਜਿਹੜੀ ਹੈਗੀ ਆ, ਕਿਉਂਕਿ ਮੈਂ ਵੱਡੀ ਚੀਜ਼ ਇਸ ਕਰਕੇ ਕਹਿਣਾ ਹੈ ਕਿ ਰਿਟਾਇਰਮੈਂਟ ਦਾ ਸਮਾਂ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਕੰਮ ਕਰਨਾ ਬੰਦ ਕਰ ਦਿੰਦੇ ਹੋ। ਆਮਦਨ ਬੰਦ, ਕੰਮ ਵੀ ਬੰਦ, ਲੇਕਿਨ ਖਰਚੇ ਜਾਰੀ ਰਹਿੰਦੇ ਨੇ। ਇਹ ਤਾਂ ਨਹੀਂ ਹੋਇਆ ਕਿ ਜੇ ਮੇਰੀ ਕੰਮ ਬੰਦ ਹੋ ਗਿਆ ਤੇ ਮੇਰੇ ਹੁਣ ਖਰਚੇ ਬੰਦ ਹੋ ਜਾਣਗੇ। ਔਰ ਮੈਂ ਤੁਹਾਨੂੰ ਇੱਕ ਹੋਰ ਕੁਝ ਦਿਨ ਪਹਿਲੇ ਦੀ ਗੱਲ ਹੈਗੀ ਹੈ ਕਿ ਮੈਨੂੰ ਮੌਕਾ ਮਿਲਿਆ ਕਿਸੇ ਪਾਰਕ ਦੇ ਵਿੱਚ, ਬਜ਼ੁਰਗ ਬੈਠੇ ਸੀ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਖਰਚੇ ਘਟ ਗਏ ਨੇ? ਉਹ ਕਹਿੰਦੇ ਨੇ ਕਿ ਸਿਰਫ ਇਹ ਦੂਸਰਾ ਬੰਦਾ ਸੋਚਦਾ ਕਿ ਸਾਡੇ ਖਰਚੇ ਘਟ ਗਏ, ਜਦਕਿ ਸਾਡੇ ਖਰਚੇ ਤਾਂ ਉਹੀ ਹੈਗੇ ਨੇ। ਲੇਕਿਨ ਹਾਂ, ਆਮਦਨ ਘਟਣ ਕਰਕੇ ਅਸੀਂ ਆਪਣੇ ਖਰਚੇ ਘਟਾ ਜ਼ਰੂਰ ਲਏ ਨੇ, ਲੇਕਿਨ ਸਾਡੇ ਖਰਚੇ ਘਟੇ ਨਹੀਂ ਹੈਗੇ। ਜੇਕਰ ਅਸੀਂ ਇਹ ਮੰਨਦੇ ਹਾਂ, ਕਿਉਂਕਿ ਆਮ ਤੌਰ ਤੇ ਇੱਕ ਮਿਸਕਨਸੈਪਸ਼ਨ ਹੁੰਦੀ ਹੈ ਕਿ ਮੈਂ ਹੁਣ ਰਿਟਾਇਰ ਹੋ ਗਿਆ, ਮੈਂ ਜਾਂ ਮੇਰੀ ਉਮਰ ਜ਼ਿਆਦਾ ਹੋ ਗਈ, ਮੇਰੇ ਖਰਚੇ ਆਟੋਮੈਟਿਕਲੀ ਘਟ ਜਾਣਗੇ, ਲੇਕਿਨ ਇਹ ਮਿਥ ਹੈਗਾ। ਸਾਡੇ ਖਰਚੇ ਹਮੇਸ਼ਾ ਹੀ ਉਹ ਰਹਿੰਦੇ ਨੇ। ਹਾਂ, ਜੇ ਮੈਂ ਇਹ ਕਹਾਂ ਕਿ 25 ਜਾਂ 30% ਸਾਡੇ ਖਰਚੇ ਘਟ ਸਕਦੇ ਨੇ, ਲੇਕਿਨ 70% ਤੱਕ ਤਾਂ ਸਾਡੀ ਆਮਦਨ ਹੋਣੀ ਚਾਹੀਦੀ ਹੈ ਜੋ ਸਾਡੀ ਪ੍ਰੀ ਰਿਟਾਇਰਮੈਂਟ ਆਮਦਨ ਹੋਵੇ। ਲੇਕਿਨ ਉਹਦੇ ਲਈ ਅਗਰ ਪਲੈਨਿੰਗ ਨਹੀਂ ਹੈਗੀ ਤੇ ਉਹ ਆਮਦਨ ਕਿੱਥੋਂ ਆਵੇਗੀ? ਦੈਟਸ ਵਾਈ ਆਈ ਥਿੰਕ ਜਦੋਂ ਵੀ ਮੈਂ ਤੁਹਾਡੇ ਪਲੇਟਫਾਰਮ ਤੇ ਆਉਣਾ ਹੈਗਾ ਤਾਂ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਐਟਲੀਸਟ ਰਿਟਾਇਰਮੈਂਟ ਨੂੰ ਜ਼ਰੂਰ ਟੱਚ ਕੀਤਾ ਜਾਵੇ, ਕਿਉਂਕਿ ਉਹ ਇੱਕ ਐਸਾ ਸਮਾਂ ਹੈਗਾ ਜਿਹੜਾ ਇਰਰਿਵਰਸਿਬਲ ਹੈਗਾ। ਦੇਖੋ, ਆਮ ਤੌਰ ਤੇ ਬੀਇੰਗ ਅ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਅਸੀਂ ਲਾਈਫ ਇੰਸ਼ੋਰੈਂਸ ਨਾਲ ਵੀ ਡੀਲ ਕਰਦੇ ਹਾਂ। ਜਦੋਂ ਡੈਥ ਹੋ ਜਾਂਦੀ ਹੈਗੀ ਆ ਤੇ ਜਿਸ ਵਿਅਕਤੀ ਦੀ ਡੈਥ ਹੋਈ ਆ ਉਹ ਤਾਂ ਉਸ ਸੀਨ ਤੋਂ ਬਾਹਰ ਹੋ ਗਿਆ। ਹੁਣ ਉਸ ਤੋਂ ਬਾਅਦ ਉਹਦੇ ਫੈਮਿਲੀ ਨਾਲ ਕੀ ਹੋ ਰਿਹਾ ਹੈਗਾ, ਹੀ ਇਜ਼ ਨਾਟ ਅਵੇਅਰ ਆਫ ਦੈਟ। ਲੇਕਿਨ ਰਿਟਾਇਰਮੈਂਟ ਤਾਂ ਅਸੀਂ ਖੁਦ ਭੁਗਤ ਰਹੇ ਹੈਗੇ ਆ, ਕਿਉਂਕਿ ਅਸੀਂ ਜੀਣਾ ਹੈ ਅਜੇ। ਜੇ ਮੈਂ 65 ਸਾਲ ਤੇ ਰਿਟਾਇਰ ਹੋਣਾ ਜਾਂ 60 ਤੇ ਹੋਣਾ ਮੰਨ ਲਓ, ਤਾਂ ਹੋ ਸਕਦਾ ਮੇਰੀ ਉਮਰ 85 ਸਾਲ ਦੀ ਹੋਵੇ ਤੇ ਮੈਂ 25 ਸਾਲ ਤਾਂ ਉਸ ਜ਼ਿੰਦਗੀ ਨੂੰ ਭੋਗਣਾ ਹੈ ਜਦੋਂ ਕਿ ਮੈਂ ਰਿਟਾਇਰਮੈਂਟ ਨੂੰ ਕਮਾ ਨਹੀਂ ਰਿਹਾ, ਜਦ ਕਿ ਮੈਂ ਖਰਚੇ ਕਰ ਰਿਹਾ ਹਾਂ। ਸੋ ਜੇ ਮੈਂ ਅੱਜ ਪਲੈਨਿੰਗ ਨਹੀਂ ਕਰਦਾ ਤਾਂ ਫਿਰ ਮੈਨੂੰ ਕਦੋਂ ਮੌਕਾ ਮਿਲੇਗਾ ਪਲਾਨ ਕਰਨ ਦਾ? ਸੋ ਤੁਸੀਂ ਕਿਹਾ ਕਿ ਅੱਜ ਪਲੈਨਿੰਗ ਨਹੀਂ ਕਰਦਾ ਕਦੋਂ ਮੌਕਾ ਮਿਲੇਗਾ, ਪਰ ਅੱਜ ਅਜੇ ਪਲਾਨ ਕਰਨ ਨੂੰ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਨੇ। ਸੋ ਉਹਨਾਂ ਨੂੰ ਛੱਡ ਕੇ ਅੱਜ ਰਿਟਾਇਰਮੈਂਟ ਦੇ ਬਾਰੇ ਆਪਾਂ ਕਿਉਂ ਪਲੈਨਿੰਗ ਕਰ ਰਹੇ ਹਾਂ? ਦੇਖੋ ਜੀ, ਹੁਣ ਇਹਦੇ ਵਿੱਚ ਵੀ ਇੱਕ ਸਮਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅੱਜ ਸਮਾਂ ਕੁਝ ਹੋਰ ਕਰਨ ਲਈ ਹੈਗਾ। ਡੈਫੀਨਿਟਲੀ ਆਈ ਸੈਕੰਡ ਯੂਰ ਓਪੀਨੀਅਨ ਕਿ ਅੱਜ ਅਗਰ ਕੁਝ ਹੋਰ ਤਵੱਜੋ ਹੈਗੀ ਹੈ, ਉੱਥੇ ਟਾਈਮ ਲਗਾਇਆ ਜਾਵੇ ਤਾਂ ਰਿਟਾਇਰਮੈਂਟ ਦੀ ਪਲੈਨਿੰਗ ਬਾਅਦ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ। ਹੁਣ ਮੈਂ ਇਹਨੂੰ ਦੂਸਰੇ ਤਰੀਕੇ ਨਾਲ ਲੈਣਾ ਹੈਗਾ ਕਿ ਫੋਰ ਐਗਜ਼ਾਮਪਲ ਇੱਕ 25 ਸਾਲ ਦਾ ਨੌਜਵਾਨ ਹੈਗਾ, ਅਗਰ ਉਹਨੇ 65 ਸਾਲ ਦੀ ਉਮਰ 'ਚ ਰਿਟਾਇਰ ਹੋਣਾ ਹੈਗਾ ਤੇ ਉਹਦੇ ਕੋਲ 40 ਸਾਲ ਪਏ ਨੇ ਰਿਟਾਇਰਮੈਂਟ ਦੀ ਪਲਾਨ ਕਰਨ ਲਈ। ਪਰ
ਅੱਜ ਅਗਰ ਉਹ ਸ਼ੁਰੂਆਤ ਕਰਦਾ ਰਿਟਾਇਰਮੈਂਟ ਪਲੈਨਿੰਗ ਦੀ, ਕੀ ਉਹਨੂੰ ਥੋੜੀ ਜਿਹੀ ਪਲੈਨਿੰਗ ਦੇ ਨਾਲ ਨਹੀਂ ਉਹਦਾ ਸਰ ਜਾਏਗਾ? ਲੇਕਿਨ ਜੇ ਇਹੀ ਰਿਟਾਇਰਮੈਂਟ ਪਲੈਨਿੰਗ ਉਹ 40 ਸਾਲ ਦੀ ਉਮਰ 'ਚ ਜਾ ਕੇ ਕਰੇਗਾ ਤੇ ਫਿਰ ਉਹਨੇ ਉਹੀ ਡਿਸਟੈਂਸ 25 ਸਾਲਾਂ 'ਚ ਕਵਰ ਕਰਨਾ ਹੈ। ਹੁਣ ਉਹਦੇ ਉੱਤੇ ਜ਼ਿਆਦਾ ਭਾਰ ਹੋਵੇਗਾ। ਅੱਜ ਅਗਰ ਉਹ ਨੌਜਵਾਨ ਹੈਗਾ ਆ, ਹੋ ਸਕਦਾ ਕਿ ਅਗਰ ਉਹਦੀ ਤਵੱਜੋ ਹੋਰ ਪਾਸੇ ਹੈਗੀ ਤਾਂ ਉਹਦੇ ਖਰਚੇ ਘੱਟ ਵੀ ਹੋ ਸਕਦੇ ਨੇ, ਕਿਉਂਕਿ ਜੋ ਇੱਕ 40 ਜਾਂ 45 ਸਾਲ ਦੇ ਇੱਕ ਵਿਅਕਤੀ ਦੇ ਖਰਚੇ ਹੋਣਗੇ, ਡੈਫੀਨਿਟਲੀ ਇੱਕ ਨੌਜਵਾਨ ਦੇ ਖਰਚੇ ਉਸ ਤੋਂ ਘੱਟ ਹੋਣਗੇ। ਅੱਜ ਅਗਰ ਉਹ 50 ਜਾਂ 100 ਡਾਲਰ ਸਪੇਅਰ ਕਰ ਸਕਦਾ ਤਾਂ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਉਹੀ 50 ਜਾਂ 100 ਡਾਲਰ ਦੀ ਬਜਾਏ ਉਹਨੂੰ 1000 ਜਾਂ 1500 ਡਾਲਰ ਸਪੇਅਰ ਕਰਨਾ ਪਏਗਾ ਉਸ ਟਾਰਗੇਟ ਨੂੰ ਹਿੱਟ ਕਰਨ ਲਈ। ਸੋ ਡਸਨਟ ਇਟ ਮੇਕ ਮੋਰ ਸੈਂਸ ਕਿ ਜਿੰਨੀ ਜਲਦੀ ਇਸ ਚੀਜ਼ ਵੱਲ ਅਸੀਂ ਤੁਰੀਏ, ਕਿਉਂਕਿ what I feel is that ਕਿ when you start earning, ਜਦੋਂ ਤੁਹਾਡੀ ਕਮਾਈ ਸ਼ੁਰੂ ਹੋਈ ਹੈ, ਤੁਹਾਡੀ ਰਿਟਾਇਰਮੈਂਟ ਦੀ ਪਲੈਨਿੰਗ ਉਸੇ ਦਿਨ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ, ਨਾ ਕਿ ਤੁਸੀਂ ਕਿਸੇ ਸਮੇਂ ਦੀ ਵੇਟ ਕਰੋ ਕਿ ਮੇਰੀ ਸਿਚੁਏਸ਼ਨ ਸਟੇਬਲਾਈਜ਼ ਹੋਏਗੀ, ਮੇਰੀ ਜੌਬ ਸਟੇਬਲਾਈਜ਼ ਹੋਏਗੀ ਜਾਂ ਮੈਂ ਵੱਧ ਪੈਸੇ ਕਮਾਉਣਾ ਸ਼ੁਰੂ ਕਰਾਂਗਾ ਤਾਂ ਮੈਂ ਤਦ ਹੀ ਆਪਣੀ ਸੇਵਿੰਗਸ ਕਰਨੀ ਸ਼ੁਰੂ ਕਰਾਂਗਾ ਜਾਂ ਇਨਵੈਸਟਮੈਂਟਸ ਕਰਨੀ ਸ਼ੁਰੂ ਕਰਾਂਗਾ ਰਿਟਾਇਰਮੈਂਟ ਲਈ। ਇਟ ਸ਼ੁੱਡ ਸਟਾਰਟ ਐਜ਼ ਸੂਨ ਐਜ਼ ਪੋਸੀਬਲ, ਜਿੰਨੀ ਜਲਦੀ ਆਪਾਂ ਕਰ ਸਕਦੇ ਹਾਂ, ਤਾਂ ਕਿ ਆਪਾਂ ਨੂੰ ਉਸ ਮੰਜ਼ਿਲ ਤੱਕ ਪੁੱਜਣ ਲਈ ਘੱਟ ਖਰਚੇ ਦੇ ਵਿੱਚ ਜ਼ਿਆਦਾ ਲੰਬਾ ਸਮਾਂ ਮਿਲ ਜਾਵੇਗਾ। ਤੁਸੀਂ ਜਿਵੇਂ ਇਹਦੀ ਗੱਲ ਕੀਤੀ ਆ ਕਿ ਵੀ ਸਾਨੂੰ ਸ਼ੁਰੂਆਤ ਤੋਂ ਹੀ ਹੁਣੀ ਤੋਂ ਹੀ ਸਾਨੂੰ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਅੱਗੇ ਜਾ ਕੇ ਆਪਣੀ ਰਿਟਾਇਰਮੈਂਟ ਦੀ ਪਲਾਨ ਜਿਹੜੀ ਹੁਣੀ ਤੋਂ ਹੀ ਸ਼ੁਰੂ ਕਰ ਦਈਏ। ਪਰ ਕਈ ਇਹ ਸੋਚਦੇ ਆ ਵੀ ਰਿਟਾਇਰਮੈਂਟ ਪਲਾਨ ਕਰਨ ਨਾਲੋਂ ਬੈਟਰ ਆ ਕਿ ਜੇ ਅਸੀਂ ਇਨਵੈਸਟਮੈਂਟ ਕਰ ਲਈ, ਕਿਉਂਕਿ ਖਾਸ ਤੌਰ ਤੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਇਹ ਮੰਨਿਆ ਜਾਂਦਾ ਹੈ ਕਿ ਪ੍ਰਾਪਰਟੀ ਇਨਵੈਸਟ ਕਰੋ। ਉਹੀ ਜਿਹੜੀ ਇਨਵੈਸਟਮੈਂਟ ਅਸੀਂ ਰਿਟਾਇਰਮੈਂਟ ਤੇ ਕਰਨੀ ਆ, ਜੇ ਪ੍ਰਾਪਰਟੀ ਵਿੱਚ ਅਸੀਂ ਇਸ ਚੀਜ਼ ਨੂੰ ਲੈ ਕੇ ਥੋੜੀ ਬਹੁਤ ਇਨਵੈਸਟਮੈਂਟ ਕਰਾਂਗੇ, ਜਦ ਤੱਕ ਸਾਡੀ ਪ੍ਰਾਪਰਟੀ ਵੀ ਕੁਝ ਨਾ ਕੁਝ ਇਨਵੈਸਟਮੈਂਟ ਜੋਗਾ ਸਾਨੂੰ ਦੇ ਦੇਗੀ। ਡੈਫੀਨਿਟਲੀ ਜੀ, ਮੈਂ ਰਿਟਾਇਰਮੈਂਟ ਪਲੈਨਿੰਗ ਦੇ ਵਿੱਚ ਕਦੀ ਵੀ ਇਹ ਨਹੀਂ ਕਹਿੰਦਾ ਕਿ ਸਿੰਪਲੀ ਆਪਾਂ ਇੰਸ਼ੋਰੈਂਸ ਜਾਂ ਇਨਵੈਸਟਮੈਂਟਸ ਹੀ ਕਰਨੀਆਂ ਨੇ। ਪ੍ਰਾਪਰਟੀ ਇਨਵੈਸਟਮੈਂਟ ਵੀ ਰਿਟਾਇਰਮੈਂਟ ਪਲੈਨਿੰਗ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ। ਪਰ ਹੁਣ ਇੱਕ ਨਾਲ ਦੂਜੀ ਅੰਗਰੇਜ਼ੀ ਦੀ ਕਹਾਵਤ ਵੀ ਹੈਗੀ ਹੈ ਕਿ ਨੈਵਰ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ। ਹੁਣ ਅੱਜ ਕੱਲ੍ਹ ਜਿਵੇਂ ਪ੍ਰਾਪਰਟੀਜ਼ ਦੀ ਕੀਮਤਾਂ ਤੁਸੀਂ ਆਸ-ਪਾਸ ਦੇਖ ਰਹੇ ਹੋ, ਤੁਹਾਨੂੰ ਕੀ ਲੱਗਦਾ ਹੈਗਾ ਕਿ ਇੱਕ ਨਾਰਮਲ ਵਿਅਕਤੀ ਕਿੰਨੀਆਂ ਕੁ ਇਨਵੈਸਟਮੈਂਟ ਪ੍ਰਾਪਰਟੀਜ਼ ਖਰੀਦ ਸਕਦਾ ਹੈਗਾ? ਅਗਰ ਉਹ ਆਪਣੇ ਹੋਮ ਜਿਹੜੀ ਆਪਣੀ ਪ੍ਰਾਇਮਰੀ ਰੈਜ਼ੀਡੈਂਸ ਤੋਂ ਬਾਅਦ ਇੱਕ ਇਨਵੈਸਟਮੈਂਟ ਪ੍ਰਾਪਰਟੀ ਖਰੀਦ ਲੈਂਦਾ ਹੈ ਤਾਂ ਹੁਣ ਉਸ ਇਨਵੈਸਟਮੈਂਟ ਪ੍ਰਾਪਰਟੀ ਦੀ ਇਨਵੈਸਟਮੈਂਟ ਦੇ ਉੱਤੇ, ਯਾਨੀ ਕਿ ਉਹਨੂੰ ਪੂਰਾ ਕਰਨ ਲਈ ਉਹਨੂੰ ਮੌਰਗੇਜ ਪੇ ਕਰਨੀ ਪਏਗੀ। ਹੁਣ ਅਗਰ ਉਹ ਸਾਰੀ ਉਮਰ ਮੌਰਗੇਜ ਪੇ ਕਰ ਰਿਹਾ ਹੈ ਤਾਂ ਮਤਲਬ ਉਹਦੇ ਕੋਲ ਹੋਰ ਕਿਤੇ ਇਨਵੈਸਟ ਕਰਨ ਲਈ ਥਾਂ ਨਹੀਂ ਬਚਿਆ, ਤੇ ਹੁਣ ਸਾਰੀ ਦੀ ਸਾਰੀ ਉਹਦੀ ਇਨਕਮ ਕਿੱਥੇ ਜਾ ਰਹੀ ਹੈ? ਮੌਰਗੇਜ ਨੂੰ ਪੇ ਕਰਨ ਦੇ ਵਿੱਚ। ਠੀਕ ਹੈ, ਉਹਨੇ ਸਾਰੀ ਉਮਰ ਦੇ ਵਿੱਚ ਇੱਕ ਪ੍ਰਾਪਰਟੀ ਬਣਾ ਲਈ। ਨਾਓ ਲੈਟਸ ਸਪੋਜ਼ ਇੱਕ ਲਾਈਫ ਦੀ ਐਸੀ ਸਟੇਜ ਆਉਂਦੀ ਹੈਗੀ ਕਿ ਜਦੋਂ ਉਹਨੂੰ ਉਹ ਹਾਰਡ ਕੈਸ਼ ਚਾਹੀਦਾ ਹੈਗਾ। ਹੁਣ ਕੀ ਕਰੇਗਾ ਉਹ? ਉਸ ਘਰ ਨੂੰ ਕਿੰਨੀ ਕੁ ਜਲਦੀ ਲਿਕੁਇਡੇਟ ਕਰ ਸਕਦਾ ਹੈ? ਕੀ ਉਹਨੂੰ ਉਸ ਘਰ ਦਾ ਪੂਰਾ ਰੇਟ ਮਿਲੇਗਾ ਜਾਂ ਉਹਨੂੰ ਥੋੜੇ ਪੈਸੇ ਦੀ ਲੋੜ ਹੈਗੀ ਹੈ ਤੇ ਉਹ ਘਰ ਦੀ ਕਿਹੜੀ ਚੀਜ਼ ਵੇਚੇਗਾ ਤਾਂ ਉਸ ਘਰ ਦੇ ਵਿੱਚੋਂ ਪੈਸੇ ਕੱਢ ਸਕਦਾ ਹੈ? ਕਿਉਂਕਿ ਤੁਸੀਂ ਠੀਕ ਹੈ ਉਹਨੂੰ ਰਿਟਾਇਰਮੈਂਟ ਪਲੈਨਿੰਗ ਦਾ ਹਿੱਸਾ ਬਣਾਇਆ। ਹੁਣ ਉਸ ਵੇਲੇ ਜਦੋਂ ਤੁਹਾਡੀ ਸਿਚੁਏਸ਼ਨ ਮੀਨਸ ਯੂ ਕੈਨ ਬੀ 65 or 70 ਐਟ ਦੈਟ ਏਜ, ਤੁਹਾਨੂੰ ਪੈਸੇ ਦੀ ਜ਼ਰੂਰਤ ਹੈਗੀ ਆ, ਉਸ ਪ੍ਰਾਪਰਟੀ ਦਾ ਤੁਹਾਡਾ ਕਿੰਨਾ ਕੰਟਰੋਲ ਹੈਗਾ ਜਾਂ ਮੈਂਟਲੀ ਤੁਸੀਂ ਕਿੰਨੇ ਸਟੇਬਲਾਈਜ਼ ਹੈਗੇ ਹੋ ਉਸ ਪੈਸੇ ਨੂੰ ਯੂਜ਼ ਕਰਨ ਲਈ ਜਾਂ ਉਸ ਪ੍ਰਾਪਰਟੀ ਨੂੰ ਯੂਜ਼ ਕਰਨ ਲਈ। ਸਾਡੀ ਕਮਿਊਨਿਟੀ ਦੇ ਵਿੱਚ ਨਾਰਮਲੀ ਇਹ ਚੀਜ਼ਾਂ ਨਹੀਂ ਸੋਚੀਆਂ ਜਾਂਦੀਆਂ। ਦੈਟਸ ਵਾਈ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਵਿਲ ਜਾਂ ਪਾਵਰ ਆਫ ਅਟਾਰਨੀ ਦੇ ਲਈ ਕੋਈ ਜ਼ਿਆਦਾ ਥਾਂ ਨਹੀਂ ਹੈਗੀ। ਨੋ ਵਨ ਥਿੰਕਸ ਅਬਾਊਟ ਦੈਟ ਕਿ ਜੇ ਮੈਂ ਅੱਜ ਬਿਲਕੁਲ ਸਹੀ ਹੈਗਾ, ਸਪੋਜ਼ ਕੱਲ ਨੂੰ ਮੈਨੂੰ ਕੁਝ ਹੋ ਜਾਵੇ, ਮੈਂ ਮੈਂਟਲੀ ਡਿਸਟਰਬ ਹੋ ਜਾਵਾਂ ਜਾਂ ਮੈਂਟਲੀ ਅਨਸਟੇਬਲ ਹੋ ਜਾਵਾਂ, ਤੇ ਐਜ਼ ਪਰ ਰੂਲ ਮੈਂ ਕਿਸੇ ਨਾਲ ਕੋਈ ਡੀਲਿੰਗ ਨਹੀਂ ਕਰ ਸਕਦਾ। ਹੁਣ ਮੇਰੇ ਕੋਲ ਪ੍ਰਾਪਰਟੀ ਤਾਂ ਬਣੀ ਹੋਈ ਹੈਗੀ ਆ, ਬਟ ਆਈ ਕਾਂਟ ਡੀਲ ਵਿਦ ਦੈਟ। ਲੇਕਿਨ ਜੇ ਮੈਂ ਉਹਨੂੰ ਪ੍ਰੋਪਰ ਪਲੈਨਿੰਗ ਕੀਤੀ ਹੋਈ, ਹੁਣ ਪ੍ਰੋਪਰ ਪਲੈਨਿੰਗ ਦੇ ਵਿੱਚ ਇਕੱਲੀ ਸੇਵਿੰਗ ਇਨਵੈਸਟਮੈਂਟਸ ਨਹੀਂ ਹੈਗੀਆਂ ਨੇ। ਪ੍ਰੋਪਰ ਪਲੈਨਿੰਗ ਦੇ ਵਿੱਚ ਇਹ ਵੀ ਹੈਗਾ ਕਿ ਜੋ ਕੁਝ ਤੁਹਾਡੇ ਕੋਲ ਹੈ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈਗਾ, ਨੰਬਰ 1। ਸੈਕੰਡ ਹੈ ਕਿ ਤੁਹਾਡੇ ਜਾਣ ਤੋਂ ਬਾਅਦ, ਨੰਬਰ 1, ਜਾਂ ਤੁਹਾਡੇ ਸਹੀ ਨਾ ਰਹਿਣ ਦੇ ਬਾਅਦ ਉਸ ਦੀ ਡਿਸਟ੍ਰੀਬਿਊਸ਼ਨ ਕਿਵੇਂ ਹੋਵੇਗੀ। ਹੁਣ ਨਾਰਮਲ ਇੱਕ ਕਨਸੈਪਟ ਹੈ ਕਿ ਮੇਰਾ ਬੈਂਕ ਅਕਾਊਂਟ ਹੈ ਔਰ ਮੇਰੇ ਬੈਂਕ ਅਕਾਊਂਟ ਨੂੰ ਸਿਰਫ ਮੈਂ ਹੀ ਟੱਚ ਕਰ ਸਕਦਾ ਹੈਗਾ। ਹੁਣ ਮੈਂ ਕਿਸੇ ਨੂੰ ਕੋਈ ਪਾਵਰ ਆਫ ਅਟਾਰਨੀ ਨਹੀਂ ਦਿੱਤੀ, ਮੈਂ ਕੋਈ ਵਿਲ ਦੇ ਵਿੱਚ ਉਹਨੂੰ ਮੈਂਸ਼ਨ ਨਹੀਂ ਕੀਤਾ, ਤਾਂ ਹਾਊ ਕੈਨ ਮਾਈ ਫੈਮਿਲੀ ਟੱਚ ਦੈਟ ਅਨਲੈਸ ਐਂਡ ਅੰਟਿਲ ਕੋਰਟ ਦੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਾ ਹੋਏਗੀ। ਹੁਣ ਅਗਰ ਇਸ ਨੂੰ ਪਲੈਨਿੰਗ ਦਾ ਹਿੱਸਾ ਨਹੀਂ ਬਣਾਉਂਦੇ ਆਪਾਂ, ਅਸੀਂ ਸਿੰਪਲ ਤੁਰੇ ਜਾਂਦੇ ਹਾਂ ਕਿ ਕੋਈ ਗੱਲ ਨਹੀਂ ਮੈਂ ਘਰ ਲੈ ਲਿਆ, ਇਟ ਮੀਨਸ ਕਿ ਮਾਈ ਫਿਊਚਰ ਇਜ਼ ਸਿਕਿਉਰ। ਯੂ ਨੈਵਰ ਨੋ ਕਿ ਤੁਸੀਂ ਉਸ ਵੇਲੇ ਜਦੋਂ ਰਿਟਾਇਰਮੈਂਟ ਦੀ ਏਜ ਵਿੱਚ ਹੋਗੇ, ਵੈਨ ਦੈਟ ਵੀ ਕਾਲ ਦਾ 올ਡ ਏਜ, ਜਦੋਂ ਤੁਹਾਡੀ ਪਕੜ ਜਿਹੜੇ ਤੁਹਾਡੇ ਜਿੰਨੇ ਵੀ ਰੂਲਸ ਐਂਡ ਰੈਗੂਲੇਸ਼ਨ ਜਾਂ ਘਰ ਦੇ ਕਾਨੂੰਨ ਕਾਇਦੇ ਹੈਗੇ ਉੱਤੇ ਉਨੀ ਨਹੀਂ ਰਹੇਗੀ, ਕਿਉਂਕਿ ਇੱਕ ਨਵੀਂ ਜਨਰੇਸ਼ਨ ਉੱਥੇ ਆ ਚੁੱਕੀ ਹੈਗੀ ਹੈ। ਤੇ ਹੁਣ ਤੁਸੀਂ ਉਸ ਵੇਲੇ ਉਸ ਚੀਜ਼ ਨੂੰ ਟਰਮਸ ਐਂਡ ਕੰਡੀਸ਼ਨਸ ਨਾਲ ਕਿੱਦਾਂ ਡਿਕਟੇਟ ਕਰ ਸਕਦੇ ਹੋ ਕਿ ਯੈਸ ਮੈਂ ਇਹ ਪ੍ਰਾਪਰਟੀ ਬਣਾਈ ਹੈਗੀ ਆ, ਇਸ ਦੀ ਇਨਕਮ ਮੈਨੂੰ ਆਉਣੀ ਚਾਹੀਦੀ ਹੈਗੀ ਆ। ਮਾਈਟ ਬੀ ਦੈਟ ਕਿ ਕੁਝ ਹੋਰ ਇਦਾਂ ਦਾ ਮਸਲਾ ਹੋਵੇ। ਹੁਣ ਇਹ ਹੈਗਾ ਕਿ ਇਫ ਯੂ ਆਰ ਪੁਟਿੰਗ ਆਲ ਯੂਰ ਐਗਸ ਇਨ ਵਨ ਬਾਸਕਟ, ਤੁਸੀਂ ਸਾਰੀ TFSA ਸਾਰੇ RRSP ਚ ਪਾਤੇ, ਕੱਲ ਨੂੰ ਤੁਸੀਂ ਕੱਲ ਨੂੰ ਕਹਿ ਸਕਦੇ ਕਿ ਮੈਂ ਪ੍ਰਾਪਰਟੀ ਇਨਵੈਸਟ ਕਰਦਾ ਮੈਨੂੰ ਜ਼ਿਆਦਾ ਬਣ ਜਾਣੇ ਸੀਗੇ। ਪਰ ਫਿਰ ਉਹੀ ਗੱਲ ਹੈ ਵੀ ਜੇ ਤੁਸੀਂ ਸਾਰੇ ਪੈਸੇ ਪ੍ਰਾਪਰਟੀ 'ਚ ਲਗਾਤੇ ਤੇ ਦੈਨ ਵੇਅਰ ਇਜ਼ ਯੂਰ ਲਿਕੁਇਡ ਮਨੀ। ਲਿਕੁਇਡ ਮਨੀ ਵੀ ਤਾਂ ਆਪਾਂ ਨੂੰ ਉਨੀ ਹੀ ਜ਼ਰੂਰੀ ਚਾਹੀਦੀ ਜਿੰਨੀ ਕਿ ਸਾਨੂੰ ਇਨਵੈਸਟਮੈਂਟ ਚਾਹੀਦੀ, ਆਪਣੇ ਰੀਅਲ ਸਟੇਟ ਇਨਵੈਸਟਮੈਂਟ ਚਾਹੀਦੀ। ਸੋ
ਪਲੈਨਿੰਗ ਦਾ ਮਤਲਬ ਹੈਗਾ ਕਿ ਇੱਕ ਬੈਲੈਂਸਡ ਅਪਰੋਚ ਪਲੱਸ ਦੂਸਰੀ ਚੀਜ਼ ਇਹ ਹੈ ਕਿ ਸਾਨੂੰ ਇਹ ਵੀ ਦੇਖਣਾ ਹੁੰਦਾ ਹੈਗਾ ਕਿ ਜੇ ਗਵਰਨਮੈਂਟ ਵੱਲੋਂ ਸਾਨੂੰ ਬੈਨੀਫਿਟਸ ਮਿਲੇ ਨੇ ਜਿੱਦਾਂ CPP ਮਿਲ ਗਿਆ ਅਸੀਂ ਉਹ ਸਾਰੇ ਦਾ ਸਾਰਾ ਟੈਕਸ ਦੇ ਵਿੱਚ ਹੀ ਕਟਵਾ ਦਿੱਤਾ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਪਲੈਨਿੰਗ ਨਹੀਂ ਲੈ ਕੇ ਚੱਲੇ ਅਸੀਂ ਇਹ ਇੱਕ ਤਰਫਾ ਹੀ ਆਪਣੀ ਇਨਵੈਸਟਮੈਂਟ ਕਰ ਲਈ ਔਰ ਜਦੋਂ ਉਸ ਇਨਵੈਸਟਮੈਂਟ ਤੋਂ ਰਿਟਰਨ ਆਣੀ ਸ਼ੁਰੂ ਹੋਈ ਉਹ ਸਾਰੀ ਦੀ ਸਾਰੀ ਇਨਵੈਸਟਮੈਂਟਸ ਦੀ ਰਿਟਰਨ ਜਿਹੜੀ ਹੈ ਸਾਡੇ ਪਾਰਟ ਆਫ ਇਨਕਮ ਬਣ ਗਿਆ ਅਸੀਂ ਟੈਕਸ ਹੀ ਪੇ ਕਰ ਦਿੱਤਾ that is not a planning ਜੇ ਅੱਜ ਮੈਂ ਕਿਸੇ ਚੀਜ਼ ਨੂੰ ਇਨਵੈਸਟ ਕਰਕੇ ਅਗਰ ਟੈਕਸ ਫ੍ਰੀ ਉਹਦੀ ਗਰੋਥ ਨਹੀਂ ਲੈ ਰਿਹਾ ਜਾਂ ਉਸ ਦੇ ਵਿੱਚੋਂ ਟੈਕਸ ਐਡਵਾਂਟੇਜ ਨਹੀਂ ਲੈ ਰਿਹਾ ਜਾਂ ਟੈਕਸ ਬਚਾਉਣ ਦਾ ਕੋਈ ਸਕੋਪ ਨਹੀਂ ਹੈਗਾ ਉਹਦੇ ਵਿੱਚ ਤੇ ਮੇਰੀ ਇਨਵੈਸਟਮੈਂਟ ਵਿੱਚੋਂ ਅਗਰ ਟੈਕਸ ਹੀ ਨਿਕਲ ਗਿਆ ਤੇ ਫਿਰ ਤਾਂ ਰਿਟਰਨ ਤਾਂ ਕੁਝ ਵੀ ਨਾ ਮਿਲੀ ਮੈਨੂੰ ਇਸ ਕਰਕੇ ਇਹ ਸਾਰੀ ਪਾਰਟ ਆਫ ਪਲੈਨਿੰਗ ਹੈਗਾ ਤੁਸੀਂ ਜਿਵੇਂ ਗਵਰਨਮੈਂਟ ਦੀ ਪਾਲਿਸੀਜ਼ ਦੀ ਗੱਲ ਕੀਤੀ ਆ ਜਦ ਸਰਕਾਰ ਵੀ ਸਾਨੂੰ ਕੁਝ ਅਜਿਹੀਆਂ ਬੈਨੀਫਿਟਸ ਦਿੰਦੀ ਆ ਫਿਰ ਉਸ ਬੈਨੀਫਿਟ ਦਾ ਕੱਲ ਨੂੰ ਇਹ ਨਹੀਂ ਹੈ ਕਿ ਵੀ ਪਾਲਿਸੀ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਰਿਟਾਇਰਮੈਂਟ ਨੂੰ ਵੀ ਅਸੀਂ ਪਲਾਨ ਕਰੀਏ ਫਿਰ ਆਲਰੇਡੀ ਜਦ ਗਵਰਨਮੈਂਟ ਨੇ ਪਲਾਨ ਕੀਤਾ ਹੋਇਆ ਫਿਰ ਉਹਦੇ ਲਈ ਸਾਨੂੰ ਪਲਾਨ ਕਰਨ ਦੀ ਕੀ ਲੋੜ ਹੈ ਇਹ ਮਿਸਕਨਸੈਪਸ਼ਨ ਸਾਰੇ ਪਾਸੇ ਹੈਗਾ ਜੀ ਕਿ ਜਦੋਂ ਅਸੀਂ ਇੰਡੀਆ ਹੁੰਨੇ ਆ ਵੀ ਉੱਥੇ ਤਾਂ ਸਰਕਾਰ ਪੈਨਸ਼ਨ ਦਿੰਦੀ ਆ ਡੈਫੀਨਿਟਲੀ ਸਰਕਾਰ ਪੈਨਸ਼ਨ ਦਿੰਦੀ ਹੈਗੀ ਆ ਹਾਂ ਜੇ ਇੰਡੀਆ ਦੇ ਨਾਲ ਇੰਡੀਅਨ ਰੁਪਏ ਨਾਲ ਕੰਪੇਅਰ ਕਰੀਏ ਤਾਂ ਬਹੁਤ ਹੈ ਪੈਨਸ਼ਨ ਪਰ ਜੇ ਉਹ ਗੁਜ਼ਾਰਾ ਇੱਥੇ ਕਰਨਾ ਹੈਗਾ ਤਾਂ ਡੈਫੀਨਿਟਲੀ ਦੈਟ ਇਜ਼ ਨਾਟ ਸਿਰਫ ਤੁਹਾਨੂੰ ਗਰੀਬ ਨਾ ਹੋਣ ਤੋਂ ਬਚਾਉਣ ਲਈ ਇੱਕ ਪੈਨਸ਼ਨ ਹੈਗੀ ਆ ਲੇਕਿਨ ਜੇ ਤੁਸੀਂ ਇਹ ਸੋਚਦੇ ਹੋ ਕਿ ਉਸ ਪੈਨਸ਼ਨ ਨਾਲ ਗੁਜ਼ਾਰਾ ਹੋ ਜਾਏਗਾ I think it will not happen ਕਿਉਂਕਿ ਜੇ ਪੂਰੀ CPP ਅਸੀਂ ਅੱਜ ਦੀ ਡੇਟ ਦੇ ਵਿੱਚ ਉਸ ਵਿਅਕਤੀ ਦੀ ਜਿਹੜੇ 18 ਸਾਲ ਦੀ ਉਮਰ ਤੋਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਹੈਗਾ ਅੱਜ ਅਗਰ ਉਹ ਫੁੱਲ CPP ਵੀ ਲਏਗਾ ਤਾਂ $1250 ਜਾਂ $1263 ਤੋਂ ਜ਼ਿਆਦਾ ਨਹੀਂ ਮਿਲਣਗੇ ਅਗਰ OAS ਦੀ ਵੀ ਗੱਲ ਕਰੀਏ ਤਾਂ OAS ਵੀ $600 ਤੋਂ ਜ਼ਿਆਦਾ OAS ਨਹੀਂ ਮਿਲੇਗਾ ਹੁਣ ਜੇ ਦੋਨੋਂ ਚੀਜ਼ਾਂ ਮਿਲਾ ਲਈਏ ਤਾਂ 16 17 1800 ਵਿੱਚ what you think ਕਿ ਕਿਹਦਾ ਗੁਜ਼ਾਰਾ ਹੋ ਸਕਦਾ ਨਹੀਂ ਹੋਵੇਗਾ ਹੁਣ ਸਟੈਂਡਰਡ ਆਫ ਲਿਵਿੰਗ ਜਦੋਂ ਮੈਂ ਕਮਾ ਰਿਹਾ ਸੀ ਯਾਨੀ ਕਿ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਮੈਂ ਕਮਾ ਰਿਹਾ ਸੀ ਤਾਂ ਮੈਂ ਘਰ ਲੈ ਕੇ ਆ ਰਿਹਾ ਸੀ $5 ਜਾਂ $6,000 ਪਰ ਅਗਲੇ ਦਿਨ ਮੈਂ ਕੰਮ ਛੱਡ ਦਿੱਤਾ ਨਾਓ ਆਈ ਐਮ ਨਾਟ ਵਰਕਿੰਗ ਮੇਰੀ ਆਮਦਨ ਬੰਦ ਹੋ ਗਈ ਤਾਂ ਹੁਣ ਮੈਨੂੰ 1200 ਜਾਂ 1500 ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈਗਾ ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਹੜਾ ਖਰਚਾ ਮੇਰਾ ਰਾਤੋਂ ਰਾਤ ਬੰਦ ਹੋ ਗਿਆ ਜਿਹੜਾ ਮੈਂ 1200 ਦੇ ਵਿੱਚ ਜਾਂ 1500 ਚ ਐਡਜਸਟ ਕਰ ਸਕਦਾ ਹਾਂ ਨੰਬਰ 1 ਸੈਕੰਡ ਇਹ ਆ ਬਹੁਤ ਸਾਰੇ ਲੋਕ ਜਿਹੜੇ ਆਪਣੇ 30s ਜਾਂ 40s ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਤਾਂ ਉਨੀ CPP ਤੇ OS ਮਿਲਣਾ ਹੀ ਨਹੀਂ ਹੈਗਾ ਤੇ ਹੁਣ ਜੇਕਰ ਉਹ ਇਹ ਸੋਚ ਰਹੇ ਨੇ ਕਿ ਮੈਂ ਗਵਰਨਮੈਂਟ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰ ਲਵਾਂਗਾ ਤੇ ਉਹ ਕਿਸ ਤਰੀਕੇ ਨਾਲ ਇਹਨੂੰ ਕਰ ਪਾਣਗੇ ਲੇਕਿਨ ਪ੍ਰੋਬਲਮ ਇਹ ਹੈਗੀ ਕਿ ਜਿਹੜੀ ਅਸੀਂ ਪਹਿਲੇ ਗੱਲ ਕੀਤੀ ਕਿ ਪਲੈਨਿੰਗ ਦੇ ਵਿੱਚ ਕਦੀ ਸਾਡੇ ਸੋਚ ਨਹੀਂ ਹੈਗੀ ਕਿ ਵਾਟ ਵਿਲ ਆਈ ਡੂ ਵੈਨ ਆਈ ਵਿਲ ਰਿਟਾਇਰ ਇਹ ਮੈਨੂੰ ਪੈਸਾ ਕਿੱਥੋਂ ਆਵੇਗਾ ਕਿੱਥੋਂ ਮੇਰਾ ਖਰਚਾ ਚੱਲੇਗਾ ਅਸੀਂ ਕਹਿੰਦੇ ਕੋਈ ਗੱਲ ਨਹੀਂ ਵੇਖੀ ਜਾਵੇਗੀ ਹੈ ਨਾ ਵੀ ਕੋਈ ਗੱਲ ਨਹੀਂ ਅਜੇ ਨਹੀਂ ਸੋਚਦੇ ਹੈਗੇ ਲੇਕਿਨ ਫਿਰ ਇਹ ਹੈਗਾ ਕਿ ਜਦੋਂ ਅਸੀਂ ਉਸ ਸਟੇਜ ਤੇ ਆਉਂਦੇ ਹਾਂ ਫੋਰ ਐਗਜ਼ਾਮਪਲ ਕੋਈ ਅਗਰ 40s ਦੇ ਵਿੱਚ ਆਇਆ ਹੈਗਾ ਹੀ ਇਜ਼ ਓਨਲੀ ਗੈਟਿੰਗ $1000 ਫਰਮ ਦ ਗਵਰਨਮੈਂਟ ਹੁਣ $1000 ਵਿੱਚ ਕੁਝ ਨਹੀਂ ਹੋਵੇਗਾ ਲੇਕਿਨ ਨਾ ਪਤਾ ਹੋਣ ਕਰਕੇ ਅਸੀਂ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਨਾ ਪਤਾ ਹੋਣ ਕਰਕੇ ਅਸੀਂ ਭੁਲੇਖੇ 'ਚ ਰਹਿੰਦੇ ਕਿ ਪਤਾ ਨਹੀਂ ਸਰਕਾਰ ਨੇ ਸਾਨੂੰ ਪੈਨਸ਼ਨ ਦੇ ਦੇਣੀ ਹੈਗੀ ਹੈ ਬਟ ਦੈਟ ਇਜ਼ ਨਾਟ ਸਫੀਸ਼ੀਐਂਟ ਅਨਲੈਸ ਐਂਡ ਅੰਟਿਲ ਤੁਸੀਂ ਆਪਣੇ ਲਈ ਕੋਈ ਨਾ ਕੋਈ ਸੇਵਿੰਗ ਦਾ ਜਾਂ ਇਨਵੈਸਟਮੈਂਟ ਦਾ ਇੰਤਜ਼ਾਮ ਕਰੋ ਤੁਸੀਂ CPP ਦਾ ਵਿੱਚ ਜ਼ਿਕਰ ਕੀਤਾ ਕਿ CPP ਵੀ ਇਸ ਦਾ ਅਸੀਂ ਕਟਵਾਉਂਦੇ ਹਾਂ ਆਫ ਕੋਰਸ ਜਦੋਂ ਅਸੀਂ ਸੈਲਰੀ ਆਉਂਦੇ ਹਾਂ ਜਾਂ ਅਸੀਂ ਕੁਝ ਵੀ ਇਨਕਮ ਸਾਡੀ ਹੁੰਦੀ ਉਹਦੇ ਵਿੱਚ ਅਸੀਂ CPP ਕਟਵਾਉਂਦੇ ਹਾਂ ਕਿ ਲਾਸਟ ਟਾਈਮ ਦੇ ਉੱਤੇ ਐਟ ਦਾ ਐਂਡ ਆਫ ਦਾ ਡੇ ਸਾਨੂੰ CPP ਪੂਰੀ ਮਿਲਦੀ ਹੈ ਕਿ ਇਹਦੇ ਵਿੱਚੋਂ ਵੀ ਕੁਝ ਕੱਟ ਕੇ ਸਾਨੂੰ ਮਿਲਦਾ ਹੈ CPP ਦੀ ਕੰਡੀਸ਼ਨ ਹੈ ਜੀ CPP ਦੀ ਕੰਡੀਸ਼ਨ ਹੈਗੀ ਹੈ ਕਿ ਤੁਸੀਂ ਜਿਹੜੇ ਮਤਲਬ ਅਗਰ ਫੁੱਲ CPP ਲੈਣੀ ਹੈਗੀ ਹੈ ਤੇ ਇਟ ਮੀਨਸ ਕਿ 18 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਕੈਨੇਡਾ ਦੇ ਵਿੱਚ 47 ਇਅਰਸ ਤੁਹਾਡੇ ਵਰਕਿੰਗ ਹੋਣੇ ਚਾਹੀਦੇ ਹਾਂ ਉਹਦੇ ਵਿੱਚੋਂ ਕੁਝ ਸਾਲਾਂ ਦੀ ਐਗਜ਼ੈਂਪਸ਼ਨ ਮਿਲ ਜਾਂਦੀ ਹੈਗੀ ਆ ਕੁਝ ਬੈਡ ਇਅਰਸ ਜਾਂ ਕੁਝ ਮੈਟਰਨਿਟੀ ਲੀਵ ਵਾਲੇ ਤੁਹਾਡੇ ਇਅਰਸ ਕੱਢ ਦਿੱਤੇ ਜਾਂਦੇ ਨੇ ਪਰ ਇਵਨ ਦੈਨ ਤੁਹਾਡੇ ਮੈਕਸਿਮਮ ਜਿੱਦਾਂ 47 ਇਅਰਸ ਬਣਦੇ ਨੇ ਜੇ 65 ਸਾਲ ਦੀ ਉਮਰ ਦੇ ਵਿੱਚ ਅਸੀਂ ਫੁੱਲ CPP ਦੀ ਗੱਲ ਕਰੀਏ ਤਾਂ 47 ਇਅਰਸ ਤੁਹਾਡੀ ਵਰਕਿੰਗ ਚਾਹੀਦੀ ਹੈ ਇਫ ਯੂ ਵਾਂਟ ਟੂ ਬੀ ਐਲੀਜੀਬਲ ਫॉर ਦਾ ਫੁੱਲ CPP ਨੰਬਰ 1 ਸੈਕੰਡ ਇਹ ਹੈ ਉਹਨਾਂ 47 ਸਾਲਾਂ ਦੇ ਵਿੱਚ ਤੁਹਾਡੀ ਜਿਹੜੀ ਆਮਦਨ ਹੈਗੀ ਆ ਉਹ YMP ਜਿਹੜੀ ਮੈਕਸਿਮਮ ਜਿਹੜੀ ਹੈਗੀ ਆ ਪੈਨਸ਼ਨੇਬਲ ਅਰਨਿੰਗ ਤੋਂ ਜ਼ਿਆਦਾ ਹੋਣੀ ਚਾਹੀਦੀ ਹੈਗੀ ਆ ਹੁਣ ਅਗਰ ਅਸੀਂ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਜਿਹੜੇ ਹੈਗੇ ਘੱਟ ਆਮਦਨ ਤੇ ਗੁਜ਼ਾਰੇ ਨੇ ਤੇ ਅਸੀਂ ਕਹੀਏ ਵੀ ਮੈਂ ਕੰਮ ਤਾਂ ਪੂਰੇ ਸਾਲ ਕੀਤਾ ਹੈ ਪਰ ਮੈਨੂੰ CPP ਪੈਨਸ਼ਨ ਪੂਰੀ ਮਿਲੇ ਨਹੀਂ ਹੋਵੇਗਾ ਉਹ 'ਚ ਦੋਨੋਂ ਕੰਡੀਸ਼ਨਾਂ ਪੂਰੀਆਂ ਕਰਨੀਆਂ ਜ਼ਰੂਰੀ ਹੈਗੀਆਂ ਹਾਂ ਜਿੱਦਾਂ ਮੈਂ ਕਿਹਾ ਕਿ ਕੁਝ ਸਾਲਾਂ ਦੀ ਐਗਜ਼ੈਂਪਸ਼ਨ ਮਿਲ ਜਾਂਦੀ ਹੈਗੀ ਹੈ ਕਿ ਅਰਾਊਂਡ 8 ਸਾਲ ਵਿੱਚੋਂ ਤੁਹਾਡੇ ਬੈਡ ਇਅਰਸ ਕੱਢੇ ਜਾਣਗੇ ਲੇਕਿਨ ਬਾਕੀ ਦੇ ਸਾਲ ਜਿਹੜੇ ਹੈਗੇ ਆ ਉਹ ਪੂਰੀ YMP ਦੇ ਹਿਸਾਬ ਨਾਲ ਤੁਹਾਡੀ ਜਿਹੜੀ ਟੋਟਲ ਥ੍ਰੈਸ਼ਹੋਲਡ ਲੈਵਲ ਹੈ ਇਨਕਮ ਦਾ ਜਿਹੜਾ ਮੁਕਰਰ ਕੀਤਾ ਗਿਆ CPP ਲਈ ਉੱਥੇ ਤੁਹਾਡੀ ਆਮਦਨ ਹੋਣੀ ਚਾਹੀਦੀ ਹੈਗੀ ਹੁਣ ਅਗਰ ਇਹ ਸਾਰਾ ਕ੍ਰਾਈਟੇਰੀਆ ਪੂਰਾ ਕਰਦੇ ਹੋ ਓਨਲੀ ਦੈਨ ਯੂ ਕੈਨ ਗੈਟ 1200 ਜਿਹੜੇ ਤੁਹਾਨੂੰ $3 ਦੱਸੇ ਅਦਰਵਾਈਜ਼ ਯੂ ਆਰ ਨਾਟ ਗੈਟਿੰਗ ਦ ਫੁੱਲ ਪੈਨਸ਼ਨ ਅਦਰਵਾਈਜ਼ ਪ੍ਰਪੋਰਸ਼ਨੇਟਲੀ ਘੱਟ ਜਾਵੇਗੀ ਹੁਣ ਜੇ ਤੁਸੀਂ ਐਟ ਦ ਏਜ ਆਫ ਮੰਨ ਲਓ 40 ਆਏ ਹੈਗੇ 65 ਤੇ ਤੁਹਾਡੀ ਰਿਟਾਇਰਮੈਂਟ ਹੋਣੀ ਹੈਗੀ ਹੈ ਤੇ ਤੁਸੀਂ ਤਾਂ ਉਹਦੇ ਵਿੱਚੋਂ ਸਾਲ ਉਹਨੇ ਗਵਾਹੀ ਲਏ ਹੈਗੀ ਹੁਣ ਤੁਹਾਨੂੰ 25 ਸਾਲ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੋਏਗੀ ਤੇ ਜੇ ਉਹ ਕੈਲਕੂਲੇਸ਼ਨ ਤੁਸੀਂ 1200 ਦੇ ਹਿਸਾਬ ਨਾਲ ਲਗਾਓਗੇ ਤਾਂ ਫਿਰ ਤੁਹਾਡੀ ਜਿਹੜੀ CPP ਪੈਨਸ਼ਨ ਹੈਗੀ ਹੈ ਅਰਾਊਂਡ $600 ਲੈ ਜਾਏਗੀ ਹੁਣ ਐਵਰੇਜ ਜਿਹੜੀ ਹੈਗੀ ਆ CPP ਪੈਨਸ਼ਨ ਹੈਗੀ ਆ ਅਰਾਊਂਡ $650 ਮਿਲੀ ਹੈਗੀ ਹੈ ਤੇ ਜਿਵੇਂ ਤੁਸੀਂ $650 ਦੀ ਗੱਲ ਕੀਤੀ ਆ ਕਿ ਕੁਝ ਹੋਰ ਬੈਨੀਫਿਟਸ ਵੀ ਹੁੰਦੇ ਨੇ ਐਕਸੈਪਟ ਪੈਨਸ਼ਨ ਜਿਹੜੇ ਸੀਨੀਅਰਸ ਲੈ ਸਕਦੇ ਨੇ ਸਰਕਾਰ ਤੋਂ
ਦੇਖੋ ਵੈਸੇ ਸੀਪੀਪੀ ਦੇ ਨਾਲ ਤਾਂ ਉਹਨਾਂ ਨੂੰ ਓਐਸ ਵੀ ਮਿਲਦੀ ਹੈ, 올ਡ ਏਜ ਸਿਕਿਉਰਿਟੀ ਵੀ ਮਿਲਦੀ ਹੈ, ਲੇਕਿਨ ਉਹਦੇ ਵਿੱਚ ਫਿਰ ਉਹੀ ਹੈਗਾ ਕਿ ਉਹ ਵੀ ਇੱਕ ਪ੍ਰੋਪੋਰਸ਼ਨੇਟਲੀ ਮਿਲਦੀ ਹੈ। ਜਿੱਦਾਂ ਅਗਰ $650 ਫॉर ਐਗਜ਼ਾਮਪਲ ਹੈਗੀ ਆ ਤੇ ਉਹ ਵੀ ਉਹਨੂੰ ਮਿਲੇਗੀ ਜਿਸ ਵਿਅਕਤੀ ਨੇ 18 ਸਾਲ ਦੀ ਉਮਰ ਤੋਂ ਬਾਅਦ ਇੱਥੇ ਸਟੇ ਕੀਤਾ ਹੈਗਾ। ਅਦਰਵਾਈਜ਼ ਨਾਰਮਲੀ ਇਹਦੀ ਮਿਨੀਮਮ ਕੰਡੀਸ਼ਨ ਇਹ ਹੈਗਾ ਕਿ ਅਗਰ ਤੁਸੀਂ 10 ਸਾਲ ਕੈਨੇਡਾ 'ਚ ਸਟੇ ਕੀਤਾ ਹੈਗਾ ਤਾਂ ਯੂ ਆਰ ਐਲੀਜੀਬਲ ਟੂ ਗੈਟ ਦਾ ਓਐਸ ਪੈਨਸ਼ਨ, ਜਿਹੜੀ ਕਿ ਹਰ ਇੱਕ ਨੂੰ ਮਿਲੇਗੀ ਚਾਹੇ ਉਹਨੇ ਕੰਮ ਕੀਤਾ ਜਾਂ ਨਹੀਂ ਕੀਤਾ ਹੈਗਾ। ਕਿਉਂਕਿ ਸੀਪੀਪੀ ਦੇ ਵਿੱਚ ਤਾਂ ਹੈਗਾ ਕਿ ਯੂ ਹੈਵ ਟੂ ਵਰਕ, ਯੂ ਹੈਵ ਟੂ ਕੰਟਰੀਬਿਊਟ ਓਨਲੀ ਦੈਨ ਯੂ ਕੈਨ ਗੈਟ ਸੀਪੀਪੀ, ਹੈ ਨਾ। ਓਐਸ ਦੇ ਵਿੱਚ ਇਹ ਜਿਹਾ ਨਹੀਂ ਹੈਗਾ, ਤੁਸੀਂ ਅਜੇ ਕੰਮ ਨਹੀਂ ਵੀ ਕੀਤਾ, ਕਿਉਂਕਿ ਨਾਰਮਲੀ ਜਿੱਦਾਂ ਅਸੀਂ ਆਪਣੇ ਪੇਰੈਂਟਸ ਨੂੰ ਬੁਲਾ ਲੈਂਦੇ ਹੈਗੇ ਆ ਤੇ ਪੇਰੈਂਟਸ ਅਗਰ 10 ਸਾਲ ਤੋਂ ਇੱਥੇ ਸਟੇ ਕਰ ਰਹੇ ਨੇ ਤੇ ਦੈਨ ਦੇ ਕੈਨ ਗੈਟ ਓਐਸ। ਲੇਕਿਨ ਫਿਰ ਉਹੀ ਗੱਲ ਹੈ ਕਿ ਉਹਦਾ ਪ੍ਰੋਪੋਰਸ਼ਨੇਟ ਪ੍ਰੋਰੇਟਡ ਹੋ ਜਾਏਗਾ ਕਿ ਟੋਟਲ ਅਗਰ ਮਿਲਣਾ ਸੀ 47 ਇਅਰਸ ਦੇ ਉੱਤੇ ਤਾਂ ਹੁਣ ਕਿਤੇ ਮਿਲ ਰਿਹਾ ਹੈਗਾ ਜਿੰਨੇ ਸਾਲ ਅਸੀਂ ਰਹੇ ਹੈਗੇ ਆ ਉਸ ਹਿਸਾਬ ਨਾਲ। ਅਗਰ ਅਸੀਂ ਅੱਧੇ ਸਾਲ ਰਹੇ ਯਾਨੀ ਕਿ 47 ਸਾਲ ਦੀ ਬਜਾਏ ਅਸੀਂ 25 ਸਾਲ ਰਹੇ ਹਾਂ ਤਾਂ ਸਾਨੂੰ 25 ਸਾਲ ਦੇ ਹਿਸਾਬ ਨਾਲ ਮਿਲਣੀ ਹੈਗੀ ਹੈ, ਫੁੱਲ ਸੀਪੀਪੀ ਓਐਸ ਬੈਨੀਫਿਟਸ ਨਹੀਂ ਮਿਲਣਗੇ। ਤੁਸੀਂ ਇਹਦੇ ਵਿੱਚ ਜਿਵੇਂ ਪੈਨਸ਼ਨ ਦੀ ਗੱਲ ਕੀਤੀ ਹੈ ਕਿ ਪੈਨਸ਼ਨ ਮਿਨੀਮਮ ਸਾਨੂੰ ਜਾਂ ਮੈਕਸਿਮਮ ਐਨੀ ਮਿਲ ਸਕਦੀ ਹੈ, ਕਿ ਇਹ ਸਾਡੀ ਆਮਦਨ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਕਿੰਨੀ ਕੁ ਸਾਡੀ ਆਮਦਨ ਹਾਈ ਹੈਗੀ ਜਾਂ ਕਿੰਨੇ ਅਸੀਂ ਟੈਕਸਸ ਕਟਵਾਉਂਦੇ ਆ, ਉਸ ਅਕੋਰਡਿੰਗ ਸਾਡੀ ਪੈਨਸ਼ਨ ਪਲਾਨ ਹੁੰਦੀ ਆ? ਦੇਖੋ ਜਿਹੜੀ ਸੀਪੀਪੀ ਹੈਗੀ ਆ ਉਹਦੇ ਵਿੱਚ ਮੈਂ ਦੱਸਿਆ ਕਿ ਥ੍ਰੈਸ਼ਹੋਲਡ ਲੈਵਲ ਹੈਗਾ ਆ, ਉੱਥੇ ਤੱਕ ਤੁਹਾਨੂੰ ਮੈਕਸਿਮਮ ਮਿਲੇਗੀ, ਉਸ ਤੋਂ ਜ਼ਿਆਦਾ ਨਹੀਂ ਮਿਲੇਗੀ। ਓਕੇ, ਯਾਨੀ ਕਿ ਇਹ ਨਹੀਂ ਹੈਗਾ ਕਿ ਤੁਸੀਂ ਬਹੁਤ ਜ਼ਿਆਦਾ ਸੀਪੀਪੀ ਕਟਵਾਤੀ, ਕਿਉਂਕਿ ਸੀਪੀਪੀ ਇੱਕ ਲਿਮਿਟ ਤੱਕ ਹੀ ਕਟਵਾਈ ਜਾ ਸਕਦੀ, ਉਸ ਤੋਂ ਬਾਅਦ ਸੀਪੀਪੀ ਵੀ ਨਹੀਂ ਕਟਵਾਈ ਜਾ ਸਕਦੀ। ਅਗਰ ਤੁਹਾਨੂੰ ਸੀਪੀਪੀ ਅਗਰ ਤੁਸੀਂ ਉਸ ਲੈਵਲ ਤੱਕ ਹੈਗੇ ਹੋ ਤਾਂ ਸਾਰਿਆਂ ਨੂੰ ਉਸ ਹਿਸਾਬ ਨਾਲ ਹੀ ਸੀਪੀਪੀ ਮਿਲੇਗੀ। ਸਿਰਫ ਅਗਰ ਉਹਨਾਂ ਦੇ ਬਾਕੀ ਪੈਰਾਮੀਟਰ ਯਾਨੀ ਕਿ ਸਟੇ ਕਰਨ ਦਾ ਪੈਰਾਮੀਟਰ ਜਾਂ ਬੈਡ ਈਅਰਸ ਦਾ ਪੈਰਾਮੀਟਰ ਸੇਮ ਹੈਗਾ ਤਾਂ ਸੇਮ ਸੀਪੀਪੀ ਮਿਲੇਗੀ। ਜਿਹੜਾ ਓਐਸ ਹੈਗਾ ਆ ਉਹਦੇ ਨਾਲ ਉਹਦਾ ਇਨਕਮ ਦੇ ਨਾਲ ਕੋਈ ਕੰਸਰਨ ਨਹੀਂ ਹੈਗਾ, ਤੁਹਾਡੀ ਆਮਦਨ ਕਿੰਨੀ ਹੈਗੀ ਹੈ ਕਿੰਨੀ ਨਹੀਂ ਹੈਗੀ ਮਿਲਣ ਵੇਲੇ ਉਹਦਾ ਕੰਸਰਨ ਨਹੀਂ ਹੈਗਾ। ਲੇਕਿਨ ਹਾਂ ਅਗਰ ਤੁਹਾਡੀ ਆਮਦਨ ਕਿਸੇ ਥ੍ਰੈਸ਼ਹੋਲਡ ਲੈਵਲ ਤੋਂ ਜ਼ਿਆਦਾ ਹੈਗੀ ਆ ਤੇ ਦੈਨ ਓਐਸ ਉੱਤੇ ਕੱਟ ਜ਼ਰੂਰ ਲੱਗ ਜਾਂਦਾ ਹੈ। ਓਕੇ, ਹੁਣ ਦੈਟ ਇਜ਼ ਆਲਸੋ ਅ ਪਾਰਟ ਆਫ ਪਲੈਨਿੰਗ। ਹੁਣ ਪਲੈਨਿੰਗ ਦਾ ਪਾਰਟ ਕੀ ਹੈਗਾ ਕਿ ਤੁਸੀਂ ਸਾਰੇ ਪੈਸੇ ਇੱਕੋ ਜਗ੍ਹਾ ਇਨਵੈਸਟ ਕਰੀ ਜਾ ਰਹੇ ਹੋ। ਫੋਰ ਐਗਜ਼ਾਮਪਲ ਕਈ ਵਾਰ ਅਸੀਂ ਦੇਖਿਆ ਹੈਗਾ ਕਿ ਗਵਰਨਮੈਂਟ EMPLOYE ਨੇ, ਉਹਨਾਂ ਦੇ ਉੱਥੇ ਬੈਨੀਫਿਟਸ ਪੈਨਸ਼ਨ ਬੈਨੀਫਿਟਸ ਵੀ ਨੇ, ਦੈਨ ਦੇ ਕੰਟਰੀਬਿਊਟ to save the taxes they contribute into RRSPs also। RRSP ਦਾ ਵੀ ਰੂਮ ਉਹਨਾਂ ਨੇ ਫੁੱਲ ਭਰ ਕੇ ਰੱਖਿਆ ਹੋਏਗਾ। ਹੁਣ ਜਦੋਂ ਰਿਟਾਇਰਮੈਂਟ ਦਾ ਸਿਨੈਰੀਓ ਆਉਂਦਾ ਹੈਗਾ ਤੇ ਦੇ ਹੈਵ ਟੂ ਵਿਦਡਰਾ ਮਨੀ ਫਰਮ ਦਾ RRSP, ਉਹਨਾਂ ਨੂੰ ਪੈਨਸ਼ਨ ਚੋਂ ਵੀ ਪੈਸਾ ਆ ਰਿਹਾ ਹੈਗਾ। ਹੁਣ ਜਦੋਂ ਪੈਸੇ ਦੇ ਸੋਰਸਸ ਜ਼ਿਆਦਾ ਹੋ ਜਾਣਗੇ ਤੇ ਗਵਰਨਮੈਂਟ ਤੋਂ ਵੀ ਉਹਨਾਂ ਨੂੰ CPP ਮਿਲਦੀ ਪਈ ਹੈਗੀ ਹੈ, ਦੈਨ ਉਹਨਾਂ ਦੀ ਇਨਕਮ ਇਸ ਹਿਸਾਬ ਨਾਲ ਬਣ ਜਾਂਦੀ ਕਿ ਕਈ ਵਾਰ OS ਦੇ ਉੱਤੇ ਵੀ ਉਹਨਾਂ ਦਾ ਕੱਟ ਲੱਗ ਜਾਂਦਾ ਹੈਗਾ। ਸੋ ਪਲੈਨਿੰਗ ਸਟਾਰਟਸ ਫਰਮ ਦਾ ਡੇ 1, ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਕਿ ਤੁਹਾਨੂੰ ਉਹ ਦਿਨ ਆਏਗਾ ਜਦੋਂ ਤੁਸੀਂ ਰਿਟਾਇਰ ਹੋਣਾ ਹੈ ਔਰ ਜਦੋਂ ਤੁਹਾਨੂੰ ਗਵਰਨਮੈਂਟ ਦੇ ਵੱਲੋਂ ਬੈਨੀਫਿਟਸ ਮਿਲਣੇ ਨੇ ਔਰ ਜਦੋਂ ਤੁਸੀਂ ਇਹ ਪਲਾਨ ਕਰਨਾ ਕਿ ਹਾਊ ਆਈ ਐਮ ਗੋਇੰਗ ਟੂ, ਪਹਿਲੀ ਗੱਲ ਹੈ ਕਿ ਲਾਈਫ ਕਿਵੇਂ ਗੁਜ਼ਾਰਨੀ ਹੈਗੀ ਰਿਟਾਇਰਮੈਂਟ ਤੋਂ ਬਾਅਦ। ਦੂਸਰੀ ਗੱਲ ਹੈ ਕਿ ਅਗਰ ਉਹ ਮੈਨੂੰ ਰਕਮ ਮਿਲ ਰਹੀ ਹੈਗੀ ਤਾਂ ਮੈਂ ਉਹ ਤੋਂ ਟੈਕਸ ਕਿਵੇਂ ਸੇਵ ਕਰਨਾ ਹੈਗਾ। ਜੇ ਮੈਂ ਟੈਕਸ ਦੇ ਵਿੱਚ ਹੀ ਉਹ ਰਕਮ ਦੇ ਰਿਹਾ ਹੈਗਾ ਤਾਂ ਫਿਰ ਉਹੀ ਗੱਲ ਹੈਗੀ ਕਿ ਮੈਨੂੰ ਉਹਨੇ ਪੈਸੇ ਤਾਂ ਨਾ ਮਿਲੇ ਜਿੰਨੇ ਮੈਂ ਉਮੀਦ ਬਣਾ ਕੇ ਰੱਖੀ ਸੀਗੀ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਟੈਕਸ ਚੋਂ ਵੀ ਅਸੀਂ ਸੇਵ ਕਰੀਏ ਤੇ ਜਿਵੇਂ ਹੁਣ ਤੁਸੀਂ ਕਨਸੈਪਟ ਸਾਨੂੰ ਸਮਝਾ ਰਹੇ ਹੋ ਰਿਟਾਇਰਮੈਂਟ ਨੂੰ ਲੈ ਕੇ ਕਿ ਜ਼ਰੂਰੀ ਹੈ ਇਹ ਚੀਜ਼ ਵੀ ਸਾਨੂੰ ਪਲਾਨ ਕਰਨੀ, ਪਰ ਜਿਨ੍ਹਾਂ ਨੇ ਹੁਣ ਪਲਾਨ ਨਹੀਂ ਕੀਤੀ ਹੈਗੀ ਉਹ ਕੀ ਕਰਨ? ਕਿ ਆਪਾਂ ਵੈਸੇ ਇੱਕ ਕਹਿੰਦੇ ਨੇ ਇਟਸ ਨੈਵਰ ਟੂ ਲੇਟ, ਬਟ ਸਟਿਲ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ 18 ਸਾਲ ਤੋਂ ਬਾਅਦ ਜੇ ਤੁਸੀਂ ਕੰਮ ਕਰਨੀ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਮੈਕਸਿਮਮ ਇੱਥੇ ਤੱਕ ਪਹੁੰਚਦੀ ਹੈ ਪੈਨਸ਼ਨ, ਕਿ ਉਹਦੇ ਵਿੱਚ ਵੀ ਤੁਸੀਂ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰ ਪਾਉਂਦੇ ਹੋ। ਬਟ ਜਿਨ੍ਹਾਂ ਨੇ ਹੁਣ 18 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਨੇ, ਸੋ ਹਜੇ ਤੱਕ ਪਲਾਨ ਹੀ ਨਹੀਂ ਕੀਤਾ ਹੈਗਾ, ਇਜ਼ ਇਟ ਟੂ ਲੇਟ ਕਿ ਪਲਾਨ ਕਰਨਾ? ਨਹੀਂ, ਜਿੱਦਾਂ ਹੁਣ ਤੁਸੀਂ ਕਿਹਾ ਕਿ ਇਟਸ ਨੈਵਰ ਪਲੇਟ, ਮਤਲਬ ਕਿਸੇ ਵੀ ਚੀਜ਼ ਦੇ ਵਿੱਚ ਦੇਰੀ ਨਹੀਂ ਹੈਗੀ। ਯੂ ਜਸਟ ਸਟਾਰਟ ਐਨੀ ਟਾਈਮ। ਠੀਕ ਹੈ ਕਿ ਤੁਹਾਨੂੰ ਕੁਝ ਜਿਹੜੀਆਂ ਜਦੋਂ ਅਸੀਂ ਕਿਸੇ ਦਾ ਐਨਾਲਿਸਿਸ ਕਰਦੇ ਹਾਂ, ਨੀਡ ਐਨਾਲਿਸਿਸ ਕਰਦੇ ਹਾਂ, ਅਸੀਂ ਅਕਸਰ ਦੇਖਿਆ ਹੈਗਾ ਕਿ ਬਹੁਤ ਸਾਰੇ ਉਹਨਾਂ ਦੇ ਜਿਹੜੇ ਬਜਟ ਦੇ ਵਿੱਚ ਖਰਚੇ ਹੈਗੇ ਨੇ ਅਜਿਹੇ ਨੇ ਕਿ ਜਿਹੜੇ ਬੇਲੋੜੇ ਹੈਗੇ ਨੇ ਜਾਂ ਉਹਨਾਂ ਨੂੰ ਟਾਲਿਆ ਜਾ ਸਕਦਾ ਹੈਗਾ। ਹੁਣ ਨਾਰਮਲੀ ਆਪਾਂ ਹਰ ਇੱਕ ਨਾਲ ਗੱਲ ਕਰਦੇ ਹਾਂ, ਹਰ ਇੱਕ ਬੰਦਾ ਕਹਿੰਦਾ ਮੈਂ ਪੇ ਚੈੱਕ ਟੂ ਪੇ ਚੈੱਕ ਹੈਗਾ, ਮੈਂ ਹੈਂਡ ਟੂ ਮਾਊਥ ਹੈਗਾ। ਲੇਕਿਨ ਹੈਂਡ ਟੂ ਮਾਊਥ ਦੇ ਵਿੱਚ ਵੀ ਗੁੰਜਾਇਸ਼ ਹਮੇਸ਼ਾ ਹੁੰਦੀ ਕਿਉਂਕਿ ਬਹੁਤ ਸਾਰੇ ਐਸੇ ਖਰਚੇ ਕਿ ਜਿਹੜੇ ਅਸੀਂ ਟਾਲ ਸਕਦੇ ਹੈਗੇ। ਦੇਖੋ ਪ੍ਰੈਜ਼ੈਂਟ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਤੋਂ ਮਨਾ ਕਰੋ। ਇਫ ਯੂ ਵਾਂਟ ਟੂ ਹੈਵ ਸਮਥਿੰਗ ਡੈਫੀਨਿਟਲੀ ਯੂ ਸ਼ੁਡ ਹੈਵ। ਲੇਕਿਨ ਹੁਣ ਇੱਕ ਵਿਜ਼ਨ ਹੁੰਦਾ ਹੈਗਾ, ਇੱਕ ਗੋਲ ਹੁੰਦਾ ਹੈਗਾ, ਮੈਂ ਚਾਹਨਾ ਹੈਗਾ ਲੇਕਿਨ ਕੀ ਹੋਣਾ ਚਾਹੀਦਾ ਅਸਲ ਦੇ ਵਿੱਚ। ਹੁਣ ਜਦੋਂ ਮੈਂ ਇਸ ਚੀਜ਼ ਦੇ ਵਿੱਚ ਫਾਸਲਾ ਨਹੀਂ ਰੱਖਦਾ, ਜੋ ਮੈਂ ਚਾਹੁੰਦਾ ਹੈਗਾ ਉਹਨੂੰ ਮੈਂ ਇੱਕ ਕਨਸੈਪਟ ਬਣਾ ਲਿਆ ਕਿ ਮੈਂ ਚਾਹੁੰਦਾ ਹੈਗਾ ਲੇਕਿਨ ਮੇਰੇ ਕੋਲ ਰਿਸੋਰਸਿਸ ਨਹੀਂ ਹੈਗੇ, ਤੇ ਮੈਂ ਅਗਰ ਫਿਰ ਵੀ ਉਸ ਚੀਜ਼ ਨੂੰ ਚਾਹ ਰਿਹਾ ਹੈਗਾ, ਇਟ ਮੀਨਸ ਕਿ ਮੈਨੂੰ ਕਿਤੇ ਨਾ ਕਿਤੇ ਖਰਚਾ ਵੱਧ ਕਰਨਾ ਪਵੇਗਾ। ਔਰ ਨਾਰਮਲੀ ਚੀਜ਼ ਹੋ ਰਹੀ ਹੈਗੀ ਹੈ। ਯੂ ਕੈਨ ਸਟਾਰਟ ਪਲੈਨਿੰਗ ਫॉर ਸੇਵਿੰਗ ਐਨੀ ਟਾਈਮ। ਸਿਰਫ ਇਹ ਚੀਜ਼ ਹੈਗੀ ਕਿ ਤੁਹਾਨੂੰ ਪਹਿਲੀ ਗੱਲ ਤਾਂ ਬੇਲੋੜੇ ਖਰਚੇ ਆਪਣੇ ਵੇਖਣੇ ਪੈਣਗੇ ਵੀ ਕਿੱਥੇ ਤੁਸੀਂ ਉਸ ਨੂੰ ਪਲੱਗ ਇਨ ਕਰ ਸਕਦੇ ਹੋ ਐਟਲੀਸਟ, ਤਾਂ ਕਿ ਤੁਹਾਡਾ ਪੈਸਾ ਉਧਰ ਬਾਹਰ ਨਾ ਜਾਵੇ। ਦੂਸਰੀ ਗੱਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਮੈਂ ਹੁਣ ਬਚਾ ਰਿਹਾ ਤਾਂ ਮੈਂ ਉਹਨੂੰ ਇਨਵੈਸਟ ਕਿੱਥੇ ਕਰਾਂ, ਕਿਉਂਕਿ ਇਹ ਚੀਜ਼ ਬੜੀ ਇੰਪੋਰਟੈਂਟ ਹੈਗੀ ਹੈ ਕਿ ਸਿਰਫ ਬੈਂਕ ਦੇ ਵਿੱਚ ਪੈਸਾ ਰੱਖ ਕੇ ਯੂ ਕਾਂਟ ਗਰੋ ਦ ਮਨੀ, ਹੈ ਨਾ। ਹੁਣ ਜਿਵੇਂ ਅੱਜ ਦੀ ਡੇਟ ਦੇ ਵਿੱਚ ਇਨਫਲੇਸ਼ਨ ਜਿਹੜਾ ਹੈਗਾ 6 ਨੂੰ ਪਾਰ ਕਰ ਗਿਆ ਹੈਗਾ, ਬੈਂਕ ਦਾ ਵਿਆਜ 1% ਹੈਗਾ, ਤਾਂ ਹੁਣ 5% ਦਾ ਤੁਹਾਡਾ ਪੈਸਾ ਉੱਥੇ ਹੀ ਆਪਣੀ ਵੈਲਿਊ ਲੂਜ਼ ਕਰੀ ਜਾ ਰਿਹਾ ਜਦੋਂ ਬੈਂਕ ਦੇ ਵਿੱਚ ਬੈਠਾ ਹੈਗਾ। ਤੇ ਹੁਣ ਜੇ ਤੁਹਾਡਾ ਪੈਸੇ ਨੂੰ ਪੈਸਾ ਨਹੀਂ ਬਣਾ ਰਿਹਾ ਹੈਗਾ ਤਾਂ ਇਟ ਮੀਨਸ ਨਾ ਤਾਂ ਤੁਸੀਂ ਪੈਸੇ ਨੂੰ ਪੈਸਾ ਬਣਾ ਰਹੇ ਹੋ ਤੇ ਨਾ ਪੈਸਾ ਖੁਦ ਆਪਣੇ ਆਪ ਨੂੰ ਜਨਰੇਟ ਕਰ ਰਿਹਾ, ਤੇ ਇਟ ਮੀਨਸ ਤੁਹਾਡੇ ਤਾਂ ਪੈਸੇ ਦੀ ਵੈਲਿਊ ਘਟਦੀ ਜਾ ਰਹੀ ਹੈਗੀ।
ਹੁਣ ਅੱਜ ਤੁਸੀਂ ਅਗਰ ਉਸ ਨੂੰ ਸੇਵ ਕਰਕੇ ਕਰਨ ਦੀ ਬਜਾਏ ਮਤਲਬ ਸਿਰਫ ਸੇਵ ਹੀ ਕਰਦੇ ਹੋ ਇਨਵੈਸਟ ਨਹੀਂ ਕਰਦੇ ਤਾਂ ਯੂ ਆਰ ਨਾਟ ਗੋਇੰਗ ਟੂ ਮੇਕ ਮਨੀ ਹੈ ਨਾ। ਹੁਣ ਤੁਸੀਂ ਲਾਈਫ ਦੀ ਜਿਸ ਮਰਜ਼ੀ ਸਟੇਜ ਤੇ ਹੈਗੇ ਹੋ ਐਟਲੀਸਟ ਅਗਰ ਤੁਸੀਂ 25 ਸਾਲ ਦੀ ਉਮਰ ਦੇ ਵਿੱਚ ਕਰਦੇ ਹੋ ਤਾਂ ਤੁਹਾਡਾ ਇੱਕ ਤਾਂ ਖਰਚਾ ਘੱਟ ਹੋਏਗਾ ਪਲੱਸ ਤੁਸੀਂ ਜ਼ਿਆਦਾ ਸੇਵ ਕਰ ਲਓਗੇ। ਪਰ ਜੇ ਤੁਸੀਂ ਇਹੀ ਪਲੈਨਿੰਗ ਕਰਦੇ ਜੋ 50 ਕਰਦੇ ਹੋ ਐਟਲੀਸਟ ਇਹ ਮੰਨ ਕੇ ਚਲੋ ਕਿ ਤੁਹਾਡੇ ਕੋਲ 15 ਸਾਲਾਂ ਦੇ ਪਲੈਨਿੰਗ ਦੇ ਹੋਰ ਪਏ ਨੇ। ਉਹਨਾਂ 15 ਸਾਲਾਂ ਦੇ ਵਿੱਚ ਤੁਸੀਂ ਜਿੰਨਾ ਵੀ ਜੋੜ ਪਾਏ ਦੈਟ ਇਜ਼ ਐਨ ਐਡਵਾਂਟੇਜ ਟੂ ਯੂ ਲੇਟਰ ਔਨ ਕਿਉਂਕਿ ਤੁਹਾਡਾ ਪੈਸਾ ਹੈਗਾ ਤੁਸੀਂ ਆਪ ਕਢਵਾ ਸਕਦੇ ਹੋ ਐਟਲੀਸਟ ਯੂ ਕੈਨ ਯੂਜ਼ ਦੈਟ ਮਨੀ ਸੋ ਇਟਸ ਨੈਵਰ ਲੇਟ ਫॉर ਐਨੀਥਿੰਗ। ਆਪਾਂ ਇਹਦੇ ਬਾਰੇ ਗੱਲ ਕਰਾਂਗੇ, ਪਹਿਲਾਂ ਇੱਕ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਇੱਥੋਂ ਕੈਨੇਡਾ ਤੋਂ ਬੋਲ ਰਿਹਾ ਹਾਂ। ਹਾਂਜੀ, ਤੇ ਮੈਂ ਰਿਟਾਇਰ ਹਾਂ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਜਿਹੜੀ ਇੱਥੇ ਗੱਲ ਕਰਦੇ ਆ ਵੀ 18 ਤੋਂ ਉੱਪਰ ਆ, ਚਲੋ ਉਹ ਤਾਂ ਵੱਖਰੀ ਗੱਲ ਹੈ, ਵੀ ਤੁਸੀਂ ਜਦੋਂ ਤੁਹਾਨੂੰ ਇਹ ਸਭ ਕੁਝ ਮਿਲਦਾ ਆ ਉਹ ਤੋਂ ਤੁਸੀਂ ਕਿਸ ਤਰ੍ਹਾਂ ਬਚ ਸਕਦੇ ਆ ਵੀ ਟੈਕਸ ਨਾ ਦੇਣਾ ਪਵੇ, CCP ਜਿਹੜੀ 올ਡ ਏਜ ਜਾਂ ਪਲੱਸ ਤੁਹਾਡੀ ਕੰਪਨੀ ਪੈਨਸ਼ਨ ਆ। ਜੀ ਆਪਾਂ ਟੀਵੀ ਸਕਰੀਨ ਐਸੇ ਵੀ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਜੀ ਸਰ, ਸ਼ੁਕਰੀਆ ਜੀ ਕਾਲ ਕਰਨ ਦਾ। ਇਹਨਾਂ ਦਾ ਇਹ ਜਿਹੜਾ ਹੈ ਕਿ ਇਹਨਾਂ ਨੇ ਸਵਾਲ ਕੀਤਾ ਕਿ ਅਸੀਂ ਜਿਹੜੀ ਪੈਨਸ਼ਨ ਹੈਗੀ ਆ ਜਾਂ CPP 올ਡ ਏਜ ਹੈਗੀ ਆ ਤੇ ਉਹਦੇ ਚੋਂ ਆਪਾਂ ਕਿੱਦਾਂ ਬਚ ਸਕਦੇ ਹਾਂ। ਇੱਕ ਤਾਂ ਇਹਦੇ ਵਿੱਚ ਇਹ ਹੈਗਾ ਕਿ ਪਹਿਲੀ ਗੱਲ ਦੇਖਣਾ ਪਏਗਾ ਕਿ ਹਰ ਇੱਕ ਸਿਨੈਰੀਓ ਡਿਫਰੈਂਟ ਹੁੰਦਾ ਹੈਗਾ ਕਿ ਇਹ ਇਕੱਲੇ ਹੀ ਆਪਣੇ ਕੰਮ ਤੋਂ ਪੈਨਸ਼ਨ ਲੈ ਰਹੇ ਨੇ ਕਿ ਇਹਨਾਂ ਦੀ ਸਪਾਊਸ ਨੂੰ ਵੀ ਪੈਨਸ਼ਨ ਹੈਗੀ ਆ। ਜੇਕਰ ਇਹਨਾਂ ਨੂੰ ਇਹਨਾਂ ਦੀ ਸਪਾਊਸ ਤੋਂ ਪੈਨਸ਼ਨ ਆ ਰਹੀ ਹੈ ਤਾਂ ਐਟਲੀਸਟ ਦੇ ਕੈਨ ਸਪਲਿਟ ਦੈਟ CPP ਜਿਹੜੀ ਹੈਗੀ ਅਸਾਈਨਮੈਂਟ CPP ਦੀ ਕਰ ਸਕਦੇ। ਇਹ CPP ਦੀ ਪੈਨਸ਼ਨ ਨੂੰ ਆਪਣੀ ਵਾਈਫ ਦੇ ਨਾਲ ਸਪਲਿਟ ਕਰ ਸਕਦੇ। ਇਹਦੇ ਨਾਲ ਕੀ ਹੋਏਗਾ ਕਿ ਇਹਨਾਂ ਦੀ ਟੈਕਸੇਬਲ ਇਨਕਮ ਘੱਟ ਆ ਜਾਵੇਗੀ। ਹੁਣ ਜਿਹੜੀ ਉੱਥੋਂ ਪੈਨਸ਼ਨ ਮਿਲਣੀ ਹੈਗੀ ਆ ਆਪਣੇ EMPLOYER ਤੋਂ ਉੱਤੇ ਟੈਕਸ ਲੱਗਣਾ ਹੈਗਾ, ਲੇਕਿਨ CPP ਦੀ ਜਿਹੜੀ ਹੈਗੀ ਆ ਮਿਲਣ ਵਾਲੀ ਪੇਮੈਂਟ ਉੱਤੇ ਟੈਕਸ ਬਚਾ ਸਕਦੇ ਨੇ ਵੈਨ ਦੇ ਸਪਲਿਟ ਦੈਟ ਵਿਦ देयर ਸਪਾਊਸ। ਜਦੋਂ ਪੈਨਸ਼ਨ ਮਿਲਦੀ ਹੈ ਕਿ ਉਹਦੇ ਉੱਤੇ ਵੀ ਇੰਨਾ ਟੈਕਸ ਲੱਗਦਾ ਆ ਕਿਉਂਕਿ ਪੈਨਸ਼ਨ ਇਜ਼ ਅ ਪਾਰਟ ਆਫ ਯੂਰ ਇਨਕਮ। CPP ਤੇ OAS ਦੋਨੋਂ ਟੈਕਸੇਬਲ ਹੈਗੇ ਨੇ। ਹਾਂ, GAS ਜਿਹੜਾ ਗਰੰਟਡ ਇਨਕਮ ਸਪਲੀਮੈਂਟ ਹੈਗਾ ਦੈਟ ਇਜ਼ ਨਾਨ ਟੈਕਸੇਬਲ, ਲੇਕਿਨ CPP OAS ਦੇ ਉੱਤੇ ਟੈਕਸ ਲੱਗੇਗਾ ਉਹ ਦੈਟ ਬਿਕਮਸ ਯੂਰ ਪਾਰਟ ਆਫ ਇਨਕਮ। ਸੋ ਪਾਰਟ ਆਫ ਇਨਕਮ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ ਇਹਨੂੰ ਵੀ ਸਪਲਿਟ ਕੀਤਾ ਜਾ ਸਕਦਾ ਹੈ ਤਾਂ ਕਿ ਤੁਹਾਡਾ ਟੈਕਸ ਜਿਹੜਾ ਉਹ ਕੀਤਾ ਸੇਵ ਹੋ ਸਕੇ। ਪਰ ਜਿਨ੍ਹਾਂ ਨੂੰ ਆਲਰੇਡੀ ਪਿੱਛੋਂ ਕੰਪਨੀ ਦੇ ਉੱਤੋਂ ਪੈਨਸ਼ਨ ਪਲਾਨਸ ਬਣ ਰਹੇ ਨੇ, ਜਿਹੜਾ ਕੰਪਨੀ ਦੇ ਪੈਨਸ਼ਨ ਪਲਾਨਸ ਹੁੰਦੇ ਨੇ, ਕੀ ਉਹਨਾਂ ਲਈ ਵੀ ਜ਼ਰੂਰੀ ਹੈ ਕਿ ਆਪਣਾ ਪੈਨਸ਼ਨ ਦਾ ਫਿਰ ਵੀ ਨਾਲ ਦੀ ਨਾਲ ਸਾਈਡ ਬਾਈ ਸਾਈਡ ਕੋਈ ਨਾ ਕੋਈ ਸੋਚ ਕੇ ਰੱਖਣ? ਦੇਖੋ ਉਹਦੇ ਵਿੱਚ ਇਹ ਚੀਜ਼ ਹੈਗੀ ਕਿ ਉਹਨਾਂ ਲਈ ਦੇਖੋ ਕਿੰਨੇ % ਲੋਕ ਹੋਣਗੇ ਜਿਨ੍ਹਾਂ ਨੂੰ ਇਦਾਂ ਦੇ ਬੈਨੀਫਿਟਸ ਮਿਲਦੇ ਨੇ? ਬਹੁਤ ਘੱਟ ਲੋਕ ਨੇ ਔਰ ਖਾਸ ਕਰ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋਕ ਸੈਲਫ EMPLOYED ਹੈਗੇ ਨੇ। ਸੋ ਜੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂ ਇਟ ਮੀਨਸ ਕਿ ਸਾਡੇ ਲਈ ਤਾਂ ਪੂਰਾ ਫੋਕਸ ਇਹੀ ਚੀਜ਼ ਹੈਗਾ ਕਿ ਵੀ ਹੈਵ ਟੂ ਸਟਾਰਟ ਸੇਵਿੰਗ ਫਰਮ ਦਾ ਡੇ 1। ਹਾਂ, ਜਿਹੜੇ ਆਪਣੇ ਲੋਕ ਜਿਹੜੇ ਕਿ ਪੈਨਸ਼ਨਸ ਲੈ ਰਹੇ ਨੇ ਜਾਂ ਗਵਰਨਮੈਂਟ ਡਿਪਾਰਟਮੈਂਟ ਤੋਂ ਵਿੱਚੋਂ ਪੈਨਸ਼ਨ ਲੈਣਗੇ ਉਹਨਾਂ ਦੇ ਲਈ ਪੈਨਸ਼ਨ ਦੀ ਪਲੈਨਿੰਗ ਟੈਕਸ ਸੇਵਿੰਗ ਜ਼ਿਆਦਾ ਹੋਏਗੀ। ਹੁਣ ਜਿੱਦਾਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਇਫ ਦੇ ਆਰ ਪੁਟਿੰਗ देयर ਮਨੀ, ਕਿਉਂਕਿ ਜਦੋਂ ਉਹਨਾਂ ਨੂੰ ਇਨਕਮ ਹੋ ਰਹੀ ਸੀ ਉਹਨਾਂ ਦੀ ਦੇ ਆਰ ਪੁਟਿੰਗ ਦਾ ਮਨੀ ਇਨਟੂ RRSPs, ਉਹਨਾਂ ਨੇ RRSP ਦਾ ਰੂਮ ਫੁੱਲ ਕਰ ਲਿਆ। ਹੁਣ ਉਸ ਵੇਲੇ ਤਾਂ ਉਹਨਾਂ ਟੈਕਸ ਬਚਾ ਲਿਆ ਬਟ ਲੇਟਰ ਔਨ ਦੇ ਹੈਵ ਟੂ ਟੇਕ ਆਊਟ RRSPs। ਹੁਣ ਉਸ ਵੇਲੇ ਪਲੈਨਿੰਗ ਦੀ ਲੋੜ ਇਹ ਪੈਂਦੀ ਕਿ ਉਹ RRSP ਕਦੋਂ ਕਢਵਾਉਣ ਤਾਂ ਕਿ ਟੈਕਸ ਦਾ ਇੰਪੈਕਟ ਘੱਟ ਤੋਂ ਘੱਟ ਹੋਵੇ। ਉਸ ਵੇਲੇ ਇੱਕ ਫਾਈਨੈਂਸ਼ੀਅਲ ਪਲੈਨਰ ਦੀ ਲੋੜ ਪੈਂਦੀ ਹੈ। ਜਦੋਂ ਵੀ ਰਿਟਾਇਰਮੈਂਟ ਦੇ ਨੇੜੇ ਜੋ ਵੀ ਵਿਅਕਤੀ ਰਿਟਾਇਰਮੈਂਟ ਦੇ ਨੇੜੇ ਹੈਗਾ, ਫॉर ਐਗਜ਼ਾਮਪਲ ਆਈ ਥਿੰਕ ਮੈਂ ਕੰਸੀਡਰ ਕਰਦਾ ਕਿ ਵੈਨ ਯੂ ਟਚਿੰਗ 55 ਐਟ ਲੀਸਟ ਯੂ ਸਰਚ ਅਬਾਊਟ ਮਤਲਬ ਅਰਾਊਂਡ ਕਿ ਕੋਈ ਬੰਦਾ ਤੁਹਾਨੂੰ ਐਡਵਾਈਜ਼ਰ ਨਜ਼ਰ ਆਉਂਦਾ ਹੂ ਕੈਨ ਐਡਵਾਈਜ਼ ਯੂ ਔਨ ਦਿਸ। ਕਿਉਂਕਿ 55 ਸਾਲ ਦੀ ਉਮਰ ਤੱਕ ਤੁਹਾਨੂੰ ਐਟਲੀਸਟ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੇਰੇ ਕੋਲ ਕਿੰਨਾ ਕੁ ਜਮ੍ਹਾਂ ਪੂੰਜੀ ਹੈਗੀ ਆ ਜਾਂ ਮੈਂ ਇਹਨੂੰ ਕਿਵੇਂ ਵੰਡਣਾ ਹੈਗਾ। ਫਿਰ 60 ਦੇ ਉੱਤੇ ਔਰ ਜਦੋਂ ਰਿਟਾਇਰਮੈਂਟ ਸ਼ੁਰੂ ਹੋ ਜਾਂਦੀ ਕਿਉਂਕਿ ਹੁਣ 60 ਦੀ ਏਜ ਹੈਗੀ ਜਦੋਂ ਵੈਨ ਯੂ ਕੈਨ ਟੇਕ ਆਊਟ CPP ਔਰ ਤੁਸੀਂ ਆਪਣੇ ਕੰਮ ਤੋਂ ਮਨਾ ਕਰ ਸਕਦੇ ਕਿ ਆਈ ਡੋਨਟ ਵਾਂਟ ਟੂ ਵਰਕ ਦੈਨ ਯੂ ਨੀਡ ਸਟਾਰਟ ਨੀਡ ਪਲੈਨਿੰਗ ਫॉर दैट। ਜੀ, ਗੱਲ ਕਰਾਂਗੇ ਤੇ ਬਾਰੇ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦੀ ਹਾਂ, ਮੇਰੇ ਹਸਬੰਡ ਦੀ ਡੈਥ ਹੋ ਗਈ। ਉਹਨਾਂ ਦੇ ਮਤਲਬ ਕਿ ਹੋ ਗਏ ਮੰਨ ਲਓ ਉਹਨਾਂ ਦਾ ਕੰਮ 17 ਸਾਲ ਵਿੱਚ ਕੀਤਾ ਹੋਇਆ ਵੀ ਉਹਨਾਂ ਦੀ ਮੈਂ CPP ਵਗੈਰਾ ਲੈ ਸਕਦੇ ਹਾਂ ਕੁਝ ਕਿ ਨਹੀਂ ਕੰਮ ਵਾਲੀ ਦੱਸ ਸਕਦੇ ਹੋ ਮੈਨੂੰ? ਹਾਂਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਆ। ਹੁਣ ਇਹਦੇ ਵਿੱਚ ਨਾ ਜਿਹੜਾ CPP ਦਾ ਸਰਵਾਈਵਲ ਬੈਨੀਫਿਟ ਹੁੰਦਾ ਹੈ ਇਹ ਡਿਪੈਂਡ ਕਰਦਾ ਹੈਗਾ ਕਿ ਜਿਹੜਾ ਉਹ ਵਿਅਕਤੀ ਹੈਗਾ ਜਦੋਂ ਜਿਹਦੀ ਡੈਥ ਹੋਈ ਉਹ CPP ਲਈ ਐਲੀਜੀਬਲ ਬਣਦਾ ਹੈਗਾ, ਮਤਲਬ ਉਹਨੇ ਕੰਟਰੀਬਿਊਟ ਕੀਤਾ ਹੈਗਾ ਤੇ CPP ਸਰਵਾਈਵਲ ਬੈਨੀਫਿਟ ਹੈਗਾ, ਡੈਫੀਨਿਟਲੀ ਦੇ ਕੈਨ ਅਪਲਾਈ ਫॉर दैट। ਮਤਲਬ ਕੀਤਾ ਜਾ ਸਕਦਾ ਜੇਕਰ ਸਾਰਾ ਕੁਝ ਡਾਕੂਮੈਂਟਸ ਵਗੈਰਾ ਦੇਖ ਕੇ ਹੋਵੇ। ਸਰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਮੈਂ ਤੁਹਾਡੇ ਤੋਂ ਜਾਣੂੰਗੀ ਪੈਨਸ਼ਨ ਦੀ ਸਹੀ ਉਮਰ ਕਿਹੜੀ ਹੋ ਸਕਦੀ ਹੈ ਸਰਕਾਰ ਤੋਂ ਅਪਲਾਈ ਕਰਨ ਲਈ, ਤੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਪੈਸਾ ਧੇਲਾ ਦੇ ਵਿੱਚ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਵਿਕਰਮ ਜੰਜੂਆ ਜੀ ਅੱਜ ਸਾਨੂੰ ਜਾਣਕਾਰੀ ਦੇ ਰਹੇ ਨੇ ਪੈਨਸ਼ਨ ਦੇ ਬਾਰੇ ਵਿੱਚ। ਸੋ ਪੈਨਸ਼ਨ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸੋ ਵਿਕਰਮ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਲ ਕਰ ਰਹੀ ਸੀ ਕਿ ਪੈਨਸ਼ਨ ਨੂੰ ਲੈ ਕੇ ਵੀ ਕੁਝ ਕਨਸੈਪਟਸ ਬਣੇ ਹੋਏ ਨੇ ਕਿ ਕਿਹੜਾ ਸਮਾਂ ਸਹੀ ਹੈਗਾ ਕਿ ਤੁਹਾਨੂੰ ਪੈਨਸ਼ਨ ਦਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਲੈ ਸਕੋ, ਕਿਹੜੀ ਉਮਰ ਦੇ ਵਿੱਚ ਕਢਵਾਉਣ ਦੇ ਜ਼ਿਆਦਾ ਫਾਇਦੇ ਨੇ?
ਤਰਨ ਜੀ ਫਿਰ ਸ਼ੁਰੂਆਤ ਇਹਦੀ ਫਿਰ ਉਹੀ ਮੈਂ ਕਹਾਂਗਾ ਕਿ ਇਟ ਸਟਾਰਟ ਫਰੋਮ ਯਰ 18th ਈਅਰ, ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ। ਹੁਣ ਪੈਨਸ਼ਨ ਤਾਂ ਤੁਹਾਨੂੰ ਮਿਲਣੀ ਹੈਗੀ ਹੈ 65 ਜਾਂ 60 ਤੋਂ ਸ਼ੁਰੂ ਹੋ ਜਾਣੀ, 60 65 ਜਾਂ 70 ਤੱਕ ਤੁਸੀਂ ਲੈ ਸਕਦੇ ਹੋ। ਪਰ 18 ਸਾਲ ਦੀ ਸ਼ੁਰੂਆਤ ਦਾ ਮਤਲਬ ਕੀ ਹੈਗਾ, ਜਿਹੜੀ CPP ਦੀ ਐਲੀਜੀਬਿਲਿਟੀ ਹੈਗੀ ਉਹ 60 ਸਾਲ ਦੀ ਉਮਰ ਤੇ ਐਲੀਜੀਬਿਲਿਟੀ ਹੈ। ਯੂ ਕੈਨ ਸਟਾਰਟ ਗੈਟਿੰਗ ਪੈਨਸ਼ਨ ਐਟ ਦ ਏਜ ਆਫ 60। ਲੇਕਿਨ ਹੁਣ ਇਹ ਹੈਗਾ ਕਿ ਜੇ ਮੈਂ 18 ਸਾਲ ਦੀ ਉਮਰ ਤੋਂ ਸ਼ੁਰੂਆਤ ਨਹੀਂ ਕੀਤੀ ਪਲੈਨਿੰਗ ਦੀ, ਤੇ ਮੈਂ ਕੀ ਕੀਤਾ, ਮੈਂ ਉਹਨੂੰ ਅੱਗੇ ਪਾਉਂਦਾ ਰਿਹਾ। ਹੁਣ ਜਦੋਂ 60 ਸਾਲ ਦੀ ਉਮਰ ਹੋਈ ਤੇ ਮੈਂ ਦੇਖਿਆ ਕਿ ਅੱਜ ਕੰਮ ਤੋਂ ਹੋ ਗਈ ਨਾ, ਕੰਮ ਹੋ ਗਿਆ ਬੰਦ, ਇਨਕਮ ਹੋ ਗਈ ਬੰਦ। ਹੁਣ ਮੇਰੇ ਕੋਲ ਸੋਰਸ ਕੀ ਹੈਗਾ, ਮੈਂ ਫਟਾਫਟ CPP ਜਾ ਕੇ ਲੈ ਲਵਾਂ। ਹੁਣ ਜਦੋਂ CPP, ਅਗਰ ਫੁੱਲ CPP ਦੀ ਗੱਲ ਕਰਾਂ ਜਿਸ ਲਈ ਮੈਂ ਐਲੀਜੀਬਲ ਹੋਣਾ ਹੈਗਾ, ਉਹ ਹੈਗਾ ਐਟ ਏਜ 65। ਫੋਰ ਐਗਜ਼ਾਮਪਲ ਅਗਰ ਮੈਨੂੰ $100 ਮੇਰੀ ਐਲੀਜੀਬਿਲਿਟੀ ਬਣਦੀ ਹੈਗੀ ਹੈ 65 ਦੇ ਉੱਤੇ, ਤੇ ਮੈਨੂੰ 65 ਦੇ ਉੱਤੇ ਇਹਦਾ ਮਤਲਬ ਕਿ 65 ਦੀ ਏਜ ਤੇ ਮੈਨੂੰ ਫੁੱਲ ਪੈਨਸ਼ਨ ਮਿਲ ਰਹੀ ਹੈ। ਐਟ ਦ ਏਜ ਆਫ 65 ਆਈ ਐਮ ਗੈਟਿੰਗ 100%। ਲੇਕਿਨ ਹੁਣ ਮੈਂ 60 ਤੇ ਲੈ ਰਿਹਾ, ਕਿਉਂਕਿ ਮੇਰੀ ਮਜਬੂਰੀ ਹੈ, ਕਿਉਂਕਿ ਮੇਰੇ ਕੋਲ ਕੋਈ ਆਮਦਨ ਨਹੀਂ ਹੈਗੀ। ਹੁਣ ਜਦੋਂ ਆਮਦਨ ਨਹੀਂ ਹੈਗੀ ਤਾਂ ਮੈਂ CPP ਨੂੰ ਟੱਚ ਕੀਤਾ। ਹੁਣ CPP ਕੀ ਹੈਗੀ ਆ, 36% ਫਰੋਮ ਦੈਟ 100 ਮੈਨੂੰ ਘੱਟ ਮਿਲੇਗੀ, ਯਾਨੀ ਕਿ ਮੈਨੂੰ ਸਿਰਫ 64% ਮਿਲੇਗੀ। 64% ਹੋ ਗਿਆ ਜੀ। ਹੁਣ 64% ਮੈਨੂੰ ਅਗਰ 100 ਮਿਲਣਾ ਸੀ 65 ਦੇ ਉੱਤੇ, ਤੇ ਹੁਣ ਮੈਨੂੰ $64 ਦੇ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈਗਾ। ਅਗਰ ਮੇਰੀ ਇਹ ਪਲੈਨਿੰਗ ਹੁੰਦੀ ਕਿ ਮੇਰੇ ਕੋਲ ਐਨਫ ਰਿਸੋਰਸਿਸ ਹੁੰਦੇ ਜਾਂ ਮੈਂ ਸੇਵਿੰਗ ਇਨਵੈਸਟਮੈਂਟਸ ਕੀਤੀਆਂ ਹੁੰਦੀਆਂ, ਮੈਂ ਉਹੀ CPP ਨੂੰ 65 ਸਾਲ ਤੱਕ ਕਰ ਲੈਂਦਾ। ਹੁਣ ਇੱਕ ਹੋਰ ਚੀਜ਼ ਹੈਗੀ ਕਿ ਜੇ ਮੈਂ ਇਸੇ CPP ਨੂੰ ਹੋਰ ਡਿਲੇ ਕਰਦਾ ਟਿਲ ਦ ਏਜ ਆਫ 70, ਤੇ 42% ਇਹ ਵੱਧ ਜੂਗੀ। ਤੇ ਜੇ ਮੈਂ $100 ਲੈਣਾ 65 ਸਾਲ ਦੀ ਉਮਰ 'ਚ, ਤਾਂ ਮੈਨੂੰ $142 ਮਿਲਣੇ ਹੈਗੇ। ਹੁਣ ਲੇਕਿਨ $142 ਲੈਣ ਲਈ ਫਿਰ ਕੀ ਹੈਗਾ ਕਿ ਮੈਨੂੰ ਉਹ ਪਲੈਨਿੰਗ ਕਰਨੀ ਪੈਣੀ ਸੀ, ਜਿਹੜੀ ਮੈਂ 18 ਸਾਲ ਦੀ ਉਮਰ ਤੋਂ ਸ਼ੁਰੂਆਤ ਕਰਨੀ ਸੀ। ਜਿਹੜੀ ਪਹਿਲਾਂ ਅਸੀਂ ਕੁਐਸਚਨ ਕੀਤਾ ਸੀ ਪਲੈਨਿੰਗ ਦੀ ਜ਼ਰੂਰਤ ਕੀ ਹੈ ਜਾਂ ਇੰਨੀ ਜਲਦੀ ਪਲੈਨਿੰਗ ਕਰਨ ਦੀ ਲੋੜ ਕੀ ਹੈ, ਉਹਦੇ ਰਿਜ਼ਲਟਸ ਜਿਹੜੇ ਹੈਗੇ ਨੇ ਉਹ ਲੇਟਰ ਸਟੇਜਸ 'ਤੇ ਨਜ਼ਰ ਆਉਂਦੇ ਨੇ ਵੈਨ ਵੀ ਟਰਨ 60 ਔਰ 65। ਕਿਉਂਕਿ ਉਸ ਵੇਲੇ ਅਸੀਂ ਰਿਵਰਸ ਨਹੀਂ ਕਰ ਸਕਦੇ ਉਸ ਚੀਜ਼ ਨੂੰ। ਕਿਉਂਕਿ ਮੈਨੂੰ ਯਾਦ ਹੈਗਾ ਕਿ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵੀ ਪੁੱਛਿਆ ਸੀ ਕਿ ਮੈਂ ਰਿਟਾਇਰ ਹੋ ਰਿਹਾ ਹੈਗਾ ਤੇ ਮੈਂ ਹੁਣ ਪੈਨਸ਼ਨ ਬੈਨੀਫਿਟਸ ਮੈਨੂੰ ਮਿਲ ਰਹੇ, ਮੈਂ ਕਦੋਂ ਲਵਾਂ ਜਾਂ ਨਾ ਲਵਾਂ। ਹੁਣ ਹਰ ਇੱਕ ਦਾ ਸਿਨੈਰੀਓ ਇਦਾਂ ਦਾ ਹੈਗਾ। ਉਹ ਸਿਨੈਰੀਓ ਕੀ ਹੈਗਾ ਕਿ ਦ ਪਰਸਨ ਇਜ਼ not having any income, ਖਰਚੇ ਹੈਗੇ ਨੇ। ਫੋਰ ਐਗਜ਼ਾਮਪਲ ਜੋ ਮੈਂ ਮੰਨ ਕੇ ਚੱਲਦਾ ਕਿ ਉਹ 40 ਜਾਂ 45 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਨੂੰ ਟੱਚ ਕੀਤਾ, ਉਹਨੇ ਇੱਥੇ ਆ ਕੇ ਉਹਨੇ ਘਰ ਵੀ ਲੈ ਲਿਆ, ਤੇ ਆਈ ਕੈਨ ਇਮੇਜਿਨ ਕਿ 60 ਸਾਲ ਦੀ ਉਮਰ 'ਚ ਤਾਂ ਮੌਰਗੇਜ ਚੱਲ ਰਹੀ ਹੋਵੇਗੀ ਜਾਂ ਯੂਟਿਲਿਟੀ ਦੇ ਬਿਲਸ ਚੱਲ ਰਹੇ ਹੋਣਗੇ। ਤਾਂ ਹੁਣ ਉਹ ਬਿਲਸ ਕਿੱਥੋਂ ਆਉਣਗੇ ਜੇ ਮੇਰੀ ਆਮਦਨ ਇੱਕਦਮ 'ਚ ਬੰਦ ਹੋ ਜਾਂਦੀ, ਕਿਉਂਕਿ ਮੈਂ ਕੰਮ ਕਰਨਾ ਬੰਦ ਕਰ ਦਿੱਤਾ। ਹੁਣ ਜਾਂ ਤਾਂ ਮੇਰੇ ਕੋਲ ਇੱਕ ਆਪਸ਼ਨ ਹੈਗੀ ਹੈ ਕਿ ਚਾਹੇ ਮੇਰੀ ਸਿਹਤ ਅਲਾਉ ਕਰੇ ਜਾਂ ਨਾ ਕਰੇ, ਆਫਟਰ 60 ਆਈ ਕੰਟੀਨਿਊ ਟੂ ਵਰਕ। ਮੈਨੂੰ ਕੰਮ ਕਰਨਾ ਪਏਗਾ ਮਜਬੂਰੀ ਤੱਕ। ਮਜਬੂਰੀ ਇਹ ਕਹਿੰਦੀ ਹੈਗੀ ਹੈ ਕਿ ਮੇਰੇ ਘਰ ਦਾ ਖਰਚਾ ਚੱਲਣਾ ਚਾਹੀਦਾ, ਮੇਰੀ ਆਮਦਨ ਬੰਦ ਹੋ ਰਹੀ ਹੈ। ਜੇ ਮੈਂ ਰਿਟਾਇਰ ਹੋ ਜਾਣਾ ਤਾਂ CPP ਮੈਨੂੰ ਐਨਫ ਨਹੀਂ ਮਿਲ ਰਹੀ ਹੈਗੀ, ਵਟ ਆਪਸ਼ਨਸ ਆਈ ਹੈਵ। ਜਿਸ ਉਮਰ ਦੇ ਵਿੱਚ ਮੈਂ ਰਿਟਾਇਰ ਹੋਣਾ ਹੈਗਾ, ਉਸ ਉਮਰ ਦੇ ਵਿੱਚ ਮੈਂ ਕੰਮ ਕਰਨ ਜਾ ਰਿਹਾ ਹੈਗਾ, ਚਾਹੇ ਮੇਰਾ ਸਰੀਰ ਇਸ ਚੀਜ਼ ਨੂੰ ਅਲਾਉ ਕਰ ਰਿਹਾ ਜਾਂ ਨਹੀਂ ਕਰ ਰਿਹਾ ਹੈਗਾ। ਹੁਣ ਅਗਰ ਇਹਨਾਂ ਚੀਜ਼ਾਂ ਤੋਂ ਬਚਣਾ ਹੈਗਾ ਤਾਂ ਡੈਫੀਨਿਟਲੀ ਮੇਕ ਸੈਂਸ ਕਿ ਵੀ ਸਟਾਰਟ ਪਲੈਨਿੰਗ ਇਨ ਟਾਈਮ, ਹੈ ਨਾ। ਹੁਣ ਅਗਰ 65 ਤੇ ਮੈਨੂੰ 100 ਮਿਲਦਾ ਹੈਗਾ ਤੇ 60 ਤੇ ਮੇਰੀ ਪੈਨਸ਼ਨ ਜਿਹੜੀ ਹੈਗੀ ਉਹ ਘੱਟ ਮਿਲਦੀ ਹੈਗੀ ਆ। ਹੁਣ ਕਈ ਵਾਰ ਇਹ ਵੀ ਸਵਾਲ ਆ ਜਾਂਦਾ ਹੈਗਾ ਕਿ ਮੈਨੂੰ 60 ਤੇ ਲੈਣੀ ਚਾਹੀਦੀ ਹੈ ਪੈਨਸ਼ਨ, 65 ਤੇ ਲੈਣੀ ਚਾਹੀਦੀ ਹੈ ਕਿ 70 ਦੇ ਉੱਤੇ। ਹੁਣ ਪਹਿਲੀ ਗੱਲ ਤਾਂ ਇਹ ਦੇਖੀ ਜਾਂਦੀ ਕਿ ਤੁਹਾਡੇ ਕੋਲ ਰਿਸੋਰਸਿਸ ਕਿੰਨੇ ਹੈਗੇ ਨੇ। ਜੇ ਤੁਹਾਡੇ ਕੋਲ ਰਿਸੋਰਸਿਸ ਇਨਫ ਹੈਗੇ ਨੇ ਦੈਨ ਯੂ ਕੈਨ ਆਲਵੇਸ ਪੋਸਟਪੋਨ। ਪਰ ਹੁਣ ਪੋਸਟਪੋਨ ਕਰਨ ਦਾ ਇੱਕ ਨੁਕਸਾਨ ਇਹ ਹੋ ਜਾਏਗਾ ਕਿ ਤੁਹਾਨੂੰ ਵੱਧ ਪੈਨਸ਼ਨ ਮਿਲੇਗੀ, ਜੇ ਤੁਹਾਨੂੰ ਆਲਰੇਡੀ ਹੋਰ ਪਾਸੋਂ ਇਨਕਮ ਆ ਰਹੀ ਹੈ ਤਾਂ ਤੁਹਾਡੀ CPP ਵੀ ਵੱਧ ਜਾਵੇਗੀ, ਤੇ ਨਾਓ ਯੂ ਹੈਵ ਟੂ ਪੇ ਮੋਰ ਟੈਕਸਿਸ। ਫਿਰ ਇੱਕ ਸਮਾਰਟ ਮੂਵ ਇਹ ਬਣ ਜਾਂਦੀ ਹੈ ਕਿ ਯੂ ਸ਼ੁਡ ਸਟਾਰਟ ਟੇਕਿੰਗ ਐਟ ਦ ਏਜ ਆਫ 60। ਲੇਕਿਨ ਫਿਰ ਉਹੀ ਹੈਗਾ ਕਿ ਜਦ ਤੱਕ ਤੁਸੀਂ ਕਿਸੇ ਐਡਵਾਈਜ਼ਰ ਜਾਂ ਕਿਸੇ ਪਲੈਨਰ ਨਾਲ ਨਹੀਂ ਬੈਠਦੇ, ਤੁਸੀਂ ਇਸ ਚੀਜ਼ ਨੂੰ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਤੁਹਾਨੂੰ ਕਿੱਥੇ ਜ਼ਿਆਦਾ ਬੈਨੀਫਿਟ ਹੈ। ਸੋ ਇਟਸ ਆਲਵੇਜ਼ ਬੈਟਰ ਕਿ ਯੂ ਸ਼ੁਡ ਫਾਈਂਡ ਅ ਪਰਸਨ ਜਿਹਦੇ ਨਾਲ ਤੁਸੀਂ ਬੈਠ ਕੇ ਇਹ ਲਗਾਓ ਕਿ ਵੈਨ ਸ਼ੁਡ ਆਈ ਸਟਾਰਟ ਟੇਕਿੰਗ ਦ ਪੈਨਸ਼ਨ, 60 ਤੇ 65 ਤੇ ਜਾਂ 70 ਤੇ। ਹੁਣ ਇੱਕ ਕ੍ਰਾਈਟੇਰੀਆ ਹੋਰ ਵੀ ਹੈਗਾ ਇਹਦੇ ਵਿੱਚ। ਫੋਰ ਐਗਜ਼ਾਮਪਲ ਮੇਰੀ ਫੈਮਿਲੀ ਦੇ ਵਿੱਚ ਜਿਹੜੀ ਲੌਂਜੀਵਿਟੀ ਆਫ ਲਾਈਫ ਜ਼ਿਆਦਾ ਨਹੀਂ ਹੈਗੀ, ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੇ ਡਾਈਡ ਐਟ ਦ ਏਜ ਆਫ 75 ਔਰ ਲਾਈਕ 80s। ਇਹਦਾ ਮਤਲਬ ਮੈਨੂੰ ਲੱਗਦਾ ਹੈਗਾ ਕਿ ਮੇਰੀ ਵੀ ਲਾਈਫ ਜ਼ਿਆਦਾ ਲੰਬੀ ਨਹੀਂ, ਕਿਉਂਕਿ ਮੇਰੀ ਸਿਹਤ ਅੱਜ ਵੀ ਅੱਛੀ ਨਹੀਂ ਹੈਗੀ ਮੰਨ ਲਓ, ਤੇ ਮੈਨੂੰ ਲੱਗਦਾ ਹੈਗਾ ਕਿ ਇਟ ਇਜ਼ ਬੈਟਰ ਆਈ ਸ਼ੁਡ ਟੇਕ ਸਟਾਰਟ ਟੇਕਿੰਗ ਐਟ ਦ ਏਜ ਆਫ 60। ਤੇ ਫਿਰ 60 ਤੇ ਪੈਨਸ਼ਨ ਭਾਵੇਂ ਥੋੜੀ ਮਿਲ ਰਹੀ ਹੈ ਪਰ ਐਟਲੀਸਟ ਆਈ ਐਮ ਗੈਟਿੰਗ ਸਮਥਿੰਗ। ਅਗਰ ਮੈਂ ਇਸ ਨੂੰ ਡਿਲੇ ਕਰਦਾ ਹੈ ਤਾਂ ਹੋ ਸਕਦਾ ਇਸ ਦੌਰਾਨ ਮੇਰੀ ਡੈਥ ਹੋ ਜਾਏ ਤਾਂ ਪੈਨਸ਼ਨ ਖਤਮ ਹੋ ਜਾਵੇ, ਕਿਸੇ ਨੂੰ ਵੀ ਨਹੀਂ ਮਿਲੇਗੀ ਫਿਰ ਉਹ, ਹੈ ਨਾ। ਜਦ ਅਗਰ ਸਰਵਾਈਵਲ ਸਪਾਊਸ ਹੈਗੀ ਠੀਕ ਆ, ਉਹਨੂੰ ਮਿਲ ਜਾਏਗੀ, ਲੇਕਿਨ ਉਸ ਤੋਂ ਬਾਅਦ ਖਤਮ। ਜਦ ਕਿ ਮੈਂ ਅਗਰ ਉਹਨੂੰ ਮੈਂ 65 ਤੇ ਡਿਲੇ ਕਰਦਾ ਹੈਗਾ, ਮੈਨੂੰ ਵੱਧ ਮਿਲਣੀ ਸੀ ਪੈਨਸ਼ਨ, ਮੈਨੂੰ ਫੁੱਲ ਪੈਨਸ਼ਨ ਮਿਲਣੀ ਸੀ, ਬਟ ਸਿੰਸ ਮਾਈ health is not good, it's always recommended you to start taking as early as possible। ਤੇ ਜੇ ਮੇਰੀ ਹੈਲਥ ਅੱਛੀ ਹੈਗੀ ਆ, ਮੇਰੀ ਫੈਮਿਲੀ ਦੇ ਵਿੱਚ ਮਤਲਬ ਲੌਂਜੀਵਿਟੀ ਆਫ ਲਾਈਫ ਵੀ ਅੱਛੀ ਹੈਗੀ ਆ, ਤੇ ਮੇਰੇ ਕੋਲ ਹੋਰ ਇਨਕਮ ਦੇ ਸੋਰਸਿਸ ਹੈਗੇ ਨੇ, ਤਾਂ ਆਈ ਕੈਨ ਡਿਲੇ ਅਪ ਟੂ 70। ਤੁਸੀਂ ਇਸ ਦੇ ਵਿੱਚ ਇੱਕ ਟਰਮ ਯੂਜ਼ ਕੀਤੀ ਸੀ 올ਡ ਏਜ ਸਿਕਿਉਰਿਟੀ। ਇਹ ਕੌਣ ਕਦੋਂ ਕਿਵੇਂ ਅਪਲਾਈ ਕਰ ਸਕਦਾ ਆ? ਜਿਹੜਾ 올ਡ ਏਜ ਸਿਕਿਉਰਿਟੀ ਹੈਗੀ ਹੈ ਇਟ ਸਟਾਰਟਸ ਐਟ ਦ ਏਜ ਆਫ 65। ਇਹਨੂੰ ਪੈਨਸ਼ਨ ਦੇ ਨਾਲ ਨਾਲ ਇਹਨੂੰ ਲਿਆ ਜਾ ਸਕਦਾ ਹੈ? ਹਾਂਜੀ ਹਾਂਜੀ, ਕਿਉਂਕਿ 65 ਸਾਲ ਦੀ ਉਮਰ ਜਦੋਂ ਹੋ ਜਾਂਦੀ ਹੈ ਔਰ ਇਹਦੇ ਲਈ ਕੋਈ ਕੰਡੀਸ਼ਨ ਤੁਹਾਡੇ ਕੰਮ ਦੀ ਨਹੀਂ ਹੈਗੀ। ਇਫ ਯੂ ਆਰ ਇਨ ਕੈਨੇਡਾ ਐਂਡ ਫਰਮ ਲਾਸਟ 10 ਇਅਰਸ ਯੂ ਆਰ ਇਨ ਕੈਨੇਡਾ, ਯੂ ਕੈਨ ਅਪਲਾਈ ਫॉर ਇਟ।
ਤੁਹਾਨੂੰ ਉਹ ਤੁਹਾਡੀ ਇਨਕਮ ਦੇ ਬਿਨਾ ਕ੍ਰਾਈਟੇਰੀਆ ਦੇ ਤੁਹਾਨੂੰ ਮਿਲੇਗੀ ਪੈਨਸ਼ਨ। ਲੇਕਿਨ ਫਿਰ ਉਹੀ ਗੱਲ ਹੈ ਕਿ ਉਹ ਜਿਹੜਾ ਹੁਣ $619 ਹੈਗੀ ਆ, ਸੌਰੀ ਇੱਕ ਮਿੰਟ, ਲੈਟ ਮੀ ਬੀ ਵੈਰੀ ਪ੍ਰੀਸਾਈਜ਼, ਇਟਸ $642 ਹੈਗੀ ਆ। $642 ਅੱਜ ਦੀ ਡੇਟ ਵਿੱਚ 642 ਉਹਨੂੰ ਮਿਲੇਗੀ ਜਿਹੜਾ 18 ਸਾਲ ਦੀ ਉਮਰ ਤੋਂ ਲੈ ਕੇ ਤਾਂ ਹੁਣ ਤੱਕ ਉਹ 65 ਸਾਲ ਦੀ ਉਮਰ ਤੱਕ ਕੈਨੇਡਾ ਦੇ ਵਿੱਚ ਹੈਗਾ। ਜੇਕਰ ਤੁਸੀਂ ਮਿਡ ਆਪਣੀ ਏਜ ਦੇ ਵਿੱਚ ਆਏ ਹੋ, 40s ਦੇ ਵਿੱਚ ਆਏ, 50s ਦੇ ਵਿੱਚ ਆਏ, ਡੋਂਟ ਐਕਸਪੈਕਟ ਕਿ ਤੁਹਾਨੂੰ $642 ਮਿਲਣਗੇ, ਫਿਰ ਉਹ ਅੱਧਾ ਰਹਿ ਜਾਏਗਾ ਜਾਂ ਉਸ ਤੋਂ ਅੱਧੇ ਤੋਂ ਅੱਧਾ ਰਹਿ ਜਾਏਗਾ। ਸੋ OS ਜਿਹੜਾ ਹੈਗਾ ਆ, 올ਡ ਏਜ ਸਿਕਿਉਰਿਟੀ ਹੈਗੀ ਆ। everyone who is in Canada from last 10 years they are eligible for that। ਜੀ ਬਿਲਕੁਲ। ਤੇ ਸਰ ਐਜ਼ ਜੇ ਆਪਾਂ ਗੱਲ ਕਰੀਏ ਇੰਸ਼ੋਰੈਂਸ ਦੇ ਬਾਰੇ ਵਿੱਚ, ਤਾਂ ਐਡਵਾਈਸ ਕੀ ਕਰਨਾ ਚਾਹੋਗੇ ਤੁਸੀਂ? ਖਾਸ ਤੌਰ ਤੇ ਤੁਸੀਂ ਇੰਸ਼ੋਰੈਂਸ ਦੇ ਇਹਦੇ ਵਿੱਚ ਰਹੇ ਹੋ, ਫੀਲਡ ਦੇ ਵਿੱਚ ਹੈਗੇ ਹੋ, ਸਭ ਨੂੰ ਜਾਣਕਾਰੀ ਦਿੰਦੇ ਰਹਿੰਦੇ ਹੋ, ਫਿਰ ਜਦੋਂ ਤੁਹਾਡੇ ਤੋਂ ਸਲਾਹ ਲਈ ਜਾਂਦੀ ਹੈ ਕੀ ਸਹੀ ਸਮਾਂ ਹੈਗਾ, ਕਿਵੇਂ ਇਹਨੂੰ ਕੀਤਾ ਜਾਵੇ ਪਲਾਨ? ਦੇਖੋ, ਇੰਸ਼ੋਰੈਂਸ ਪਾਲਿਸੀ ਜਿਹੜੀ ਹੈਗੀ ਹੈ that can also be a very big tool for retirement planning। ਕਿਉਂਕਿ ਕੀ ਹੁੰਦਾ ਹੈਗਾ ਕਿ ਜਦੋਂ ਅਸੀਂ RRSP ਦੀ ਗੱਲ ਕੀਤੀ, TFSA ਦੀ ਗੱਲ ਕੀਤੀ, ਅਸੀਂ ਰੀਅਲ ਸਟੇਟ ਦੀ ਵੀ ਗੱਲ ਕੀਤੀ ਵੀ ਅਸੀਂ ਪੈਸੇ ਕਿੱਥੇ ਕਿੱਥੇ ਇਨਵੈਸਟ ਕਰ ਸਕਦੇ ਹਾਂ। ਇਵੇਂ ਲਾਈਫ ਇੰਸ਼ੋਰੈਂਸ ਜਿਹੜੀ ਪਾਲਿਸੀ ਹੈਗੀ ਆ, ਇੱਕ ਤਾਂ ਉਹਦਾ ਬੈਨੀਫਿਟ ਇਹ ਹੈਗਾ ਕਿ ਜਦੋਂ ਵੀ ਉਹ ਰਕਮ ਮਿਲੇਗੀ ਉਹ ਟੈਕਸ ਫ੍ਰੀ ਸਾਡੇ ਬੈਨੀਫੀਸ਼ੀਅਰਸ ਨੂੰ ਮਿਲੇਗੀ, ਟੈਕਸ ਦੀ ਕੋਈ ਲਾਇਬਿਲਿਟੀ ਨਹੀਂ। ਜਦਕਿ ਅਗਰ RRSP ਦੀ ਗੱਲ ਕਰਦੇ ਉਹਦੇ ਨਾਲ ਵੀ ਟੈਕਸ ਦੀ ਇੰਪਲੀਕੇਸ਼ਨ ਹੋ ਸਕਦੀ ਆ, ਰੀਅਲ ਸਟੇਟ ਦੇ ਵਿੱਚ ਵੀ ਕੈਪੀਟਲ ਗੇਨਸ ਹੈ ਉਹਦੀ ਹੋ ਸਕਦੀ ਆ। ਲੇਕਿਨ ਜਦੋਂ ਇੰਸ਼ੋਰੈਂਸ ਦੀ ਪਾਲਿਸੀ ਮਿਲਦੀ ਹੈ ਦੈਟ ਇਜ਼ ਨਾਨ ਟੈਕਸੇਬਲ ਟੂ ਆਰ ਬੈਨੀਫੀਸ਼ੀਅਰਸ, ਨੰਬਰ 1। ਸੈਕੰਡ ਚੀਜ਼ ਹੈਗੀ ਕਿ ਉਹਦੇ ਵਿੱਚ ਵੀ ਇੱਕ ਕੈਸ਼ ਵੈਲਿਊ ਜੁੜਦੀ ਹੈਗੀ ਹੈ। ਜਦੋਂ ਅਸੀਂ ਹੋਲ ਲਾਈਫ ਪਲਾਨ ਲੈਂਦੇ ਹਾਂ, ਕੁਝ ਪਲਾਨਸ ਹੈਗੇ ਜਿਨ੍ਹਾਂ ਦੇ ਵਿੱਚ ਕੈਸ਼ ਵੈਲਿਊ ਜੁੜਦੀ ਹੈਗੀ ਹੈ। ਹੁਣ ਉਸ ਕੈਸ਼ ਵੈਲਿਊ ਨੂੰ ਜਦੋਂ ਉਹ ਸਮਾਂ ਆਏਗਾ ਸਾਡੇ ਉੱਤੇ ਪਲੈਨਿੰਗ ਰਿਟਾਇਰਮੈਂਟ ਦਾ, ਸਾਨੂੰ ਪੈਸਾ ਚਾਹੀਦਾ ਹੈਗਾ, ਅਸੀਂ ਕਿੱਥੋਂ ਰਕਮ ਲੈ ਸਕਦੇ ਹਾਂ? ਜਾਂ ਤਾਂ ਆਪਣੀ ਸੇਵਿੰਗ ਕੱਢਾਂਗੇ, ਜਾਂ ਗਵਰਨਮੈਂਟ ਦੀ ਪੈਨਸ਼ਨ ਹੋਏਗੀ, ਜਾਂ ਅਗਰ ਸਾਡੇ ਕੋਲ ਲਾਈਫ ਇੰਸ਼ੋਰੈਂਸ ਪਾਲਿਸੀ ਹੈ, ਅਸੀਂ ਉਸ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਵਿੱਚੋਂ ਵੀ ਉਸ ਕੈਸ਼ ਵੈਲਿਊ ਨੂੰ ਲੈ ਸਕਦੇ ਹਾਂ ਤੇ ਆਪਣਾ ਗੁਜ਼ਾਰਾ ਚਲਾ ਸਕਦੇ ਹਾਂ। ਸੋ ਮਤਲਬ ਬੇਸਿਕਲੀ ਜਦੋਂ ਅਸੀਂ ਕਿਸੇ ਦੀ ਪਲੈਨਿੰਗ ਕਰਦੇ ਹਾਂ, ਰਿਟਾਇਰਮੈਂਟ ਪਲੈਨਿੰਗ ਦੀ ਗੱਲ ਕਰਦੇ ਹਾਂ, ਤਾਂ ਅਸੀਂ ਉਹ ਸਾਰੀਆਂ ਚੀਜ਼ਾਂ ਕੰਬਾਈਨ ਕਰਕੇ ਦੇਖਦੇ ਹਾਂ ਕਿ ਕਿੰਨੀ ਕੁ ਰਕਮ TFSA ਦੇ ਵਿੱਚ, ਕਿੰਨੀ ਕੁ ਰਕਮ RRSP ਦੇ ਵਿੱਚ, ਕਿੰਨੀ ਕੁ ਰਕਮ ਜਿਹੜੀ ਹੈਗੀ ਉਹ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਹੋਣੀ ਚਾਹੀਦੀ। ਕਿਉਂਕਿ TFSA ਨੂੰ ਛੱਡ ਕੇ RRSP ਤੇ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਲੌਕਡ ਇਨ ਪੈਸਾ ਹੁੰਦਾ ਹੈਗਾ, ਯਾਨੀ ਕਿ ਜੇਕਰ ਤੁਸੀਂ ਕਢਵਾਓਗੇ ਤਾਂ RRSP ਤੇ ਟੈਕਸ ਦੀ ਇੰਪਲੀਕੇਸ਼ਨ ਹੋਣੀ ਹੈ, ਔਰ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਦੇ ਉੱਤੇ ਤੁਹਾਨੂੰ ਐਜ਼ ਅ ਲੋਨ ਲੈਣਾ ਪਵੇਗਾ। ਤੁਸੀਂ ਕਢਵਾਓਗੇ ਤਾਂ ਫਿਰ ਟੈਕਸ ਤੁਹਾਨੂੰ ਇੰਪਲੀਕੇਸ਼ਨ ਹੋ ਸਕਦੀ ਹੈ। ਸੋ ਜਦੋਂ ਵੀ ਅਸੀਂ ਕਿਸੇ ਕਲਾਇੰਟ ਨਾਲ ਬੈਠਦੇ ਹਾਂ ਤਾਂ ਉਹਦੇ ਵਿੱਚ ਅਸੀਂ ਇਹ ਕ੍ਰਾਈਟੇਰੀਆ ਦੇਖਦੇ ਹਾਂ ਕਿ ਉਹਦੇ ਕੋਲ ਕੀ ਹੈ ਔਰ ਕੀ ਚੀਜ਼ ਮਿਸਿੰਗ ਹੈ। ਇਟ ਇਜ਼ ਨਾਟ ਲਾਈਕ ਕਿ ਪੁਸ਼ਿੰਗ ਆਫ ਐਨੀਥਿੰਗ ਕਿ ਨਹੀਂ ਤੁਹਾਨੂੰ ਇਹ ਚੀਜ਼ ਲੈਣੀ ਪੈਣੀ ਹੈਗੀ ਹੈ, ਨੋ, ਨਾਟ ਲਾਈਕ ਦੈਟ। ਅਗਰ ਤੁਹਾਨੂੰ ਇੰਸ਼ੋਰੈਂਸ ਪਾਲਿਸੀ, ਇਫ ਯੂ ਆਰ ਐਡਿਕੁਏਟਲੀ ਇੰਸ਼ੋਰਡ, ਤੇ ਆਈ ਥਿੰਕ ਯੂ ਡੋਂਟ ਨੀਡ ਟੂ ਗੋ ਫॉर ਇੰਸ਼ੋਰੈਂਸ। ਫਿਰ ਤੁਸੀਂ ਆਪਣੇ RRSP ਜਾਂ TFSA 'ਚ ਕਰੋ। ਇਸ ਦੇ ਬਾਵਜੂਦ ਵੀ ਕਈ ਸਾਡੇ ਕੋਲ ਕਲਾਇੰਟਸ ਆਉਂਦੇ ਨੇ, ਖਾਸ ਕਰ ਬਿਜ਼ਨਸ ਕਲਾਇੰਟਸ ਹੁੰਦੇ ਨੇ ਜਿਨ੍ਹਾਂ ਕੋਲ RRSP ਵੀ ਫੁੱਲ ਹੋ ਗਿਆ, ਹੁਣ TFSA ਵੀ ਫੁੱਲ ਹੈਗਾ, ਉਹਨਾਂ ਨੇ ਇਨਵੈਸਟਮੈਂਟ ਪ੍ਰੋਪਰਟੀਜ਼ ਵੀ ਖਰੀਦ ਲਈਆਂ, ਬਟ ਸਟਿਲ ਦੇ ਹੈਵ ਮਨੀ, ਦੇ ਵਾਂਟ ਟੂ ਪੁੱਟ ਸਮਵੇਅਰ ਫॉर देयर ਕਿਡਸ, ਵੀ ਆਪਣੇ ਬੱਚਿਆਂ ਨੂੰ ਛੱਡ ਕੇ ਜਾਣਾ ਚਾਹੁੰਦੇ ਨੇ। ਈਵਨ ਦੈਨ ਲਾਈਫ ਇੰਸ਼ੋਰੈਂਸ ਪਾਲਿਸੀ ਇਜ਼ ਅ ਵੈਰੀ ਗੁੱਡ ਟੂਲ ਕਿ ਜਿੱਥੇ ਉਹ ਆਪਣੀ ਰਕਮ ਨੂੰ ਇਨਵੈਸਟ ਕਰਕੇ ਜਦੋਂ ਸਾਰੇ ਰਿਸੋਰਸਿਸ ਉਹਨਾਂ ਦੇ ਐਗਜ਼ੌਸਟ ਹੋ ਚੁੱਕੇ ਨੇ, ਦੇ ਕੈਨ ਪਾਰਕ ਦੇਅਰ ਮਨੀ ਓਵਰ ਦੇਅਰ, ਦੇ ਕੈਨ ਇਨਵੈਸਟ ਦੇਅਰ ਮਨੀ, ਟੈਕਸ ਫ੍ਰੀ ਮਨੀ ਗਰੋਥ ਹੋਏਗੀ, ਔਰ ਜਦੋਂ ਉਹਨਾਂ ਦੇ ਬੈਨੀਫੀਸ਼ੀਅਰਸ ਨੂੰ ਮਿਲੇਗੀ ਦੇ ਵਿਲ ਬੀ ਪੇਇੰਗ ਨੋ ਟੈਕਸਿਸ ਔਨ ਦੈਟ। ਹੁਣ ਮੈਂ ਕਦੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਨੂੰ ਟੱਚ ਕਰਨਾ ਚਾਹਾਂਗਾ ਅਗਲੇ ਕਿਸੇ ਐਪੀਸੋਡਸ ਦੇ ਵਿੱਚ ਕਿ ਆਪਣੇ ਲੋਕਾਂ ਦੇ ਵਿੱਚ ਐਸਟੇਟ ਪਲੈਨਿੰਗ ਨੂੰ ਲੈ ਕੇ ਜਾਂ ਵਿਲਸ ਨੂੰ ਲੈ ਕੇ ਜਾਂ ਪਾਵਰ ਆਫ ਅਟਾਰਨੀਸ ਨੂੰ ਲੈ ਕੇ ਬਹੁਤ ਕੁਝ ਨਾ ਜਾਣਕਾਰੀ ਵਾਲੀ ਗੱਲ ਕਰਾਂਗੇ, ਨਹੀਂ ਜਾਣਕਾਰੀ ਹੈਗੀ, ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਟੱਚ ਨਹੀਂ ਕਰਦੇ ਹੈਗੇ ਆਮ ਤੌਰ 'ਤੇ ਆਪਣੀ ਲਾਈਫ ਦੇ ਵਿੱਚ। ਬਟ ਜਿੱਦਾਂ ਦਾ ਹੁਣ ਕ੍ਰਾਈਟੇਰੀਆ ਚੱਲ ਰਿਹਾ ਸਾਡੇ, ਔਰ ਜਿੱਦਾਂ ਦਾ ਮਾਹੌਲ ਚੱਲ ਰਿਹਾ ਕਿ ਆਪਾਂ ਰੀਅਲ ਸਟੇਟ ਦੇ ਵਿੱਚ ਬਹੁਤ ਇਨਵੈਸਟਮੈਂਟਸ ਹੋ ਰਹੀ ਹੈ, ਰੀਅਲ ਸਟੇਟ ਦਾ ਰੇਟ ਪ੍ਰਾਈਸਿਸ ਵੱਧ ਰਹੇ ਨੇ, ਉਸ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਵੱਧ ਜਾਏਗੀ। ਨਹੀਂ ਤਾਂ ਫਿਰ ਆਉਣ ਵਾਲਾ ਟਾਈਮ ਜਿਹੜਾ ਹੈਗਾ ਉਹ ਮੋਸਟ ਆਫ ਦਾ ਟਾਈਮ ਲਿਟੀਗੇਸ਼ਨਸ ਦੇ ਵਿੱਚ ਚੱਲਦਾ ਰਹੇਗਾ ਕਿ ਉਸ ਪ੍ਰਾਪਰਟੀ ਦੀ ਵੰਡ ਕਿਵੇਂ ਹੋਏਗੀ, ਉਹਨੂੰ ਵੰਡੇਗਾ ਕੌਣ, ਫਿਰ ਉਹ ਕਿਹਨੂੰ ਕਿੰਨੀ ਮਿਲੇਗੀ। ਤੇ ਅਗਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਹੈਗਾ ਤਾਂ ਡੈਫੀਨਿਟਲੀ ਵੀ ਵਿਲ ਡਿਸਕਸ ਦੈਟ ਟੌਪਿਕ ਟੂ ਵੀ ਐਸਟੇਟ ਪਲੈਨਿੰਗ ਦਾ ਕਦੀ ਨਾ ਕਦੀ ਅਸੀਂ ਨੈਕਸਟ ਜਾਂ ਨੈਕਸਟ ਐਪੀਸੋਡ ਜ਼ਰੂਰ ਰੱਖਾਂਗੇ ਇਸ ਬਾਰੇ। ਬਿਲਕੁਲ ਜੀ। ਤੇ ਜਿਹੜੇ ਇਸ ਵਕਤ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਕੁਝ ਉਹਨਾਂ ਨੂੰ ਕਹਿਣਾ ਚਾਹੋਗੇ ਤੁਸੀਂ? ਦਰਸ਼ਕਾਂ ਨੂੰ ਤਾਂ ਹਰ ਵਾਰ ਵਾਂਗ ਇਹੀ ਹੈਗਾ ਕਿ ਸਟਾਰਟ ਪਲੈਨਿੰਗ ਆਪਣੇ ਬਾਰੇ, ਪੈਸਾ ਜਿਹੜਾ ਹੈਗਾ ਆ ਉਹਨੂੰ ਆਪਣੇ ਤੇ ਵੀ ਖਰਚੋ ਜ਼ਰੂਰ, ਲੇਕਿਨ ਕੁਝ ਰਕਮ, ਕੁਝ ਹਿੱਸਾ ਅਜਿਹਾ ਚਾਹੀਦਾ ਹੈਗਾ ਉਸ ਸਮੇਂ ਲਈ ਜਦੋਂ ਤੁਸੀਂ ਉਸ ਆਮਦਨ ਨੂੰ ਨਹੀਂ ਕਮਾ ਰਹੇ ਹੋਵੋਗੇ, ਜਦੋਂ ਸਿਰਫ ਉਸ ਆਮਦਨ ਨੂੰ ਖਾਣ ਦਾ ਟਾਈਮ ਆਏਗਾ, ਯਾਨੀ ਕਿ ਤੁਹਾਡਾ 올ਡ ਏਜ ਯਾਨੀ ਕਿ ਰਿਟਾਇਰਮੈਂਟ ਦਾ ਸਮਾਂ, ਜਦੋਂ ਹੁਣ ਆਮਦਨ ਬੰਦ ਹੈਗੀ ਆ ਪਰ ਖਰਚੇ ਚੱਲਦੇ ਰਹਿਣਗੇ। ਸੋ ਮੇਰੀ ਅਪੀਲ ਇਹੀ ਹੈਗੀ ਕਿ ਐਟਲੀਸਟ ਐਵਰੀਵਨ ਸ਼ੁੱਡ ਥਿੰਕ ਅਬਾਊਟ देयर ਰਿਟਾਇਰਮੈਂਟ ਪਲੈਨਿੰਗ ਜਿੰਨੀ ਜਲਦੀ ਹੋ ਸਕਦਾ ਹੈ। ਜੀ, ਤੇ ਅਖੀਰ 'ਚ ਪੁੱਛਣਾ ਚਾਹੂੰਗੀ, ਹਮੇਸ਼ਾ ਤੁਸੀਂ ਦੱਸਦੇ ਹੋ ਕੈਰੀਅਰ ਆਪਸ਼ਨਸ ਕੀ ਨੇ ਇਸ ਫੀਲਡ ਦੇ ਵਿੱਚ ਤੁਹਾਡੇ? ਦੇਖੋ, ਇਸ ਫੀਲਡ ਦੇ ਵਿੱਚ ਕੈਰੀਅਰ ਆਪਸ਼ਨਸ ਦੇ ਵਿੱਚ ਇਹ ਚੀਜ਼ ਹੈਗੀ ਕਿ ਜਿੱਦਾਂ ਕਿ ਫਾਈਨੈਂਸ਼ੀਅਲ ਐਡਵਾਈਜ਼ਰਸ, ਜਿਹਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਤਾਂ ਚਲੋ ਇਹ ਵੀ ਸਰਟੀਫਿਕੇਸ਼ਨਸ ਹੁੰਦੀਆਂ ਨੇ, ਲੇਕਿਨ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਐਡਵਾਈਜ਼ਰਸ ਤੁਸੀਂ ਸਟਾਰਟ ਕਰ ਸਕਦੇ ਹੋ ਐਜ਼ ਅ ਕੈਰੀਅਰ। LLQP ਦਾ ਐਗਜ਼ਾਮ ਦੇ ਕੇ ਯੂ ਕੈਨ ਬਿਕਮ ਐਨ ਐਡਵਾਈਜ਼ਰ। ਇਹਦੇ ਵਿੱਚ ਵੀ ਅਸੀਂ ਕਾਫੀ ਹੈਲਪ ਕਰਦੇ ਹਾਂ। ਜੇਕਰ ਤੁਸੀਂ ਇਫ ਯੂ ਵਾਂਟ ਟੂ ਜੁਆਇਨ ਐਜ਼ ਐਨ ਐਡਵਾਈਜ਼ਰ, ਤੇ ਅਸੀਂ LLQP ਦੇ ਐਗਜ਼ਾਮ ਦੀ ਤਿਆਰੀ ਕਰਵਾਉਂਦੇ ਹੈਗੇ ਹਾਂ। ਦੈਨ ਉਸ ਤੋਂ ਬਾਅਦ
ਤੁਹਾਡਾ ਲਾਇਸੈਂਸ ਲੈਣ ਤੋਂ ਬਾਅਦ ਜਿਹੜੀ ਤੁਹਾਡੀ ਪ੍ਰੈਕਟੀਕਲ ਟ੍ਰੇਨਿੰਗ ਹੈਗੀ ਹੈ ਵੀ ਟ੍ਰੇਨ ਯੂ ਫॉर दैट ਟੂ ਕਿ ਤਾਂ ਕਿ ਕੱਲ ਨੂੰ ਤੁਸੀਂ ਕਿਸੇ ਨੂੰ ਐਡਵਾਈਸ ਦੇਣ ਦੇ ਕਾਬਿਲ ਹੋ ਜਾਂਦੇ ਹੋ ਜੀ ਬਿਲਕੁਲ ਐਂਡ ਇਟਸ ਅ ਵੈਰੀ ਗ੍ਰੇਟ ਕੈਰੀਅਰ ਜੀ। ਤੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਸਮਾਂ ਤੇ ਦੱਸ ਦਿਓ ਜ਼ਰੂਰ, ਨਾਲ ਡਿਟੇਲਸ ਦੇ ਜੀ ਦਿਓ। ਥੈਂਕ ਯੂ ਜੀ। ਜੇ ਕੰਟੈਕਟ ਕਰਨਾ ਹੋਵੇ ਤਾਂ ਸਾਡਾ ਫੋਨ ਨੰਬਰ ਹੈਗਾ 4167260307 ਤੇ ਯੂ ਕੈਨ ਰੀਚ ਅਸ ਐਟ info@truepax.ca ਜਾਂ ਸਾਡੀ ਵੈਬਸਾਈਟ ਹੈਗੀ www.truepax.ca। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਦਰਸ਼ਕਾਂ ਨੂੰ ਵੀ ਥੈਂਕ ਯੂ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਪੈਸਾ ਤੇ ਲਾ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੀ ਜਾਣਕਾਰੀ ਵਿੱਚ ਵੀ ਵਾਧਾ ਕੀਤਾ ਜਾਵੇ। ਸੋ ਇਸ ਤੋਂ ਬਾਅਦ ਹੁਣ ਤੁਸੀਂ ਵਿਕਰਮ ਜੰਜੂਆ ਜੀ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਉਹਨਾਂ ਦੀਆਂ ਡਿਟੇਲਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਨੇ, ਇੱਥੇ ਕੰਟੈਕਟ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।